ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਕੋਲ ਇੱਕ ਤੇ ਖਬਰਾਂ ਦੇ ਝਾਤੀ ਮਾਰ ਲਈਦੀ ਆ ਤੇ ਇੱਕ ਇਹ ਕੋਸ਼ਿਸ਼ ਹੋ ਜਾਂਦੀ ਕਿ ਇਹਨਾਂ ਖਬਰਾਂ ਦੇ ਅੱਗੇ ਪਿੱਛੇ ਕੀ ਲੱਭਦਾ ਆਪਾਂ ਨੂੰ ਉਹ ਵੀ ਵਿਚਾਰ ਲਈਏ। ਨਾਲ ਵੀਰ ਪਰਵੀਰ ਬਾਠ ਹੋਰੀ ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਠੀਕ ਠਾਕ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਠ ਸਾਹਿਬ। ਗੱਲ ਇੱਦਾਂ ਭਲਾ ਕਿੱਦਾਂ ਗੱਲ ਤਾਂ ਦੇਖੋ ਸਿਆਸੀ ਹੋਣੀ ਕੋਈ ਨਾ ਕੋਈ, ਜਿਹੜਾ ਤੁਸੀਂ ਰੁਕ ਗਏ ਆ, ਕਿਉਂਕਿ ਜਦੋਂ ਤੱਕ ਟਿਕਟਾਂ ਅਨਾਉਂਸ ਨਾ ਹੋਣ, ਪਤਾ ਨਾ ਲੱਗੇ ਕਿ ਲੋਕਾਂ ਦਾ ਰੁਖ ਕਿੱਧਰਲੇ ਪਾਸੇ ਨੂੰ ਆ, ਸਰਵੇਖਣ ਖਿਲਾਫ ਆਉਣ ਲੱਗ ਪੈਣ, ਪਾਰਟੀ 'ਚ ਬਗਾਵਤ ਹੋਣ ਲੱਗ ਪਵੇ, ਲੋਕ ਜਿੱਥੇ ਮਰਜ਼ੀ ਘਿਰਨ ਲੱਗ ਪੈਣ, ਤਾਂ ਫਿਰ ਗੱਲ ਇੱਦਾਂ ਉੱਦਾਂ ਹੀ ਹੋਣੀ ਆ। ਨਹੀਂ ਇੱਦਾਂ ਦਾ ਕੁਛ ਨਹੀਂ। ਐਤਕੀ ਤਾਂ ਅਸੀਂ ਬਹੁਮਤ ਦੇ ਨਾਲ ਜਿੱਤਣਾ। 118 ਦੀਆਂ 118 ਜਿੱਤਣੇ ਆ। ਚੰਡੀਗੜ੍ਹ ਵਾਲੀ ਵਿੱਚ ਪਾ ਲਈ ਲੋਕ ਨਹੀਂ ਇੱਕ ਇਧਰੋਂ ਕੈਨੇਡਾ 'ਚੋਂ ਪਾਈ ਹੁਣ। ਮੈਂ ਕਿਹਾ ਨਹੀਂ ਚੰਡੀਗੜ੍ਹ ਤੋਂ ਤਾਂ ਐਵੇਂ ਸਾਡਾ ਮਤਲਬ ਉੱਥੇ ਉਹ ਘਟਾਈ ਜਾਂਦੇ ਆ ਨਾ, ਮਤਲਬ ਵੀ ਨਹੀਂ ਆ ਵੀ ਪੰਜਾਬ ਦਾ ਨਹੀਂ, ਉਹ ਵੀ ਪੰਜਾਬ ਦਾ ਨਹੀਂ, ਇੱਥੇ ਵੀ ਪੰਜਾਬੀ ਨਹੀਂ, ਉੱਥੇ ਵੀ ਪੰਜਾਬੀ ਨਹੀਂ। ਫਿਰ ਮੈਂ ਚਲੋ ਕੋਈ ਗੱਲ ਨਹੀਂ, ਇੱਧਰੋਂ ਫਿਰ ਕੈਨੇਡਾ ਵਾਲੇ ਪਾਸੋਂ ਇੱਕ ਪਾ ਲਈ। ਨਹੀਂ ਫਿਰ ਜਿਹੜੀ ਇੱਧਰੋਂ ਇੱਕ ਪਾਈ ਆ ਨਾ, ਉਹਦਾ ਫਰਕ ਹੋਣਾ। ਫਰਕ ਇਹ ਹੋਣਾ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਲੱਗਣਾ, ਬਾਕੀ 117 ਨੇ ਤਾਂ ਗਨਮੈਨ ਲੈ ਕੇ 3-3 ਸਰਕਾਰੀ ਗੱਡੀਆਂ ਲੈ ਕੇ ਉੱਥੇ ਫਿਰ ਉਤਰਨਾ, ਤੇ ਇੱਧਰ ਵਾਲਾ ਬੰਦਾ ਬੱਸ 'ਚ ਉਤਰਨਾ। ਨਹੀਂ ਭਾਈ ਮੈਂ ਤਾਂ ਨਹੀਂ ਗਨਮੈਨ ਲੈਣੇ, ਮੈਂ ਤਾਂ ਨਹੀਂ ਕਾਰ ਲੈਣੀ ਸਰਕਾਰੀ, ਮੈਨੂੰ ਭੱਤੇ ਸਹੂਲਤਾਂ ਨਹੀਂ ਚਾਹੀਦੀਆਂ। ਗਲਤ। ਇਹ ਬੰਦੇ ਜਿਹੜੇ ਇੱਥੇ ਆਲਰੇਡੀ ਲੀਡਰ ਹੈ, ਇਹ ਥੋੜਾ ਖੜਨਾ ਕੋ ਉੱਥੇ 10 ਜਾਣਗੇ ਆਪ 10 ਮੈਂ ਉੱਥੇ ਪਤਾ ਕਰਨਾ ਖੁਦ ਆਪ। ਮਤਲਬ ਮੈਂ ਉਹੀ ਕਹਿ ਰਿਹਾ ਐਕਚੁਅਲੀ ਉੱਥੇ ਬੰਦਾ ਰਲਿਆ ਮਿਲਿਆ ਜਾਂ ਚੰਗਾ ਲੱਗਦਾ। ਹੁਣ ਮੈਨੂੰ ਵੀ ਤੇ ਉਹ ਕਰਨਾ ਹੀ, ਮੇਰਾ ਕਿਹੜਾ ਜੀ ਕਰਦਾ ਨਾ ਹੈ ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ, ਪਰ ਰੱਖਣੇ ਪੈਣੇ ਆ। ਨਹੀਂ ਕੋਈ ਗੱਲ ਨਹੀਂ, ਤੁਸੀਂ ਚਲੇ ਜਾਇਓ, ਪਰ ਜਦੋਂ ਇੱਧਰਲੇ ਪਾਸੇ ਮੁੜ ਕੇ ਆਉਣਾ, ਇਹ ਨਾ ਹੋਵੇ ਕਿ ਜਿਹੜਾ ਪੰਜਾਬ 'ਚ ਲੀਡਰਾਂ ਦਾ ਹੁੰਦਾ ਇੱਧਰ ਵਾਲੇ ਤੁਹਾਡਾ ਇੱਦਾਂ ਕਰਨ। ਸਵਾਲ ਪੁੱਛੇ ਜਾ ਕੀਤਾ ਕੀ ਇਹ ਪੰਜਾਬ ਜਾ ਕੇ। ਚਲੋ ਖੈਰ ਜੋ ਵੀ ਆ, ਪਰ ਇਹ ਸਾਰੇ ਕੁਛ ਇੱਕ ਗੱਲ ਤੇ ਪੱਕੀ ਆ ਵੀ ਜੋ ਉਹਨਾਂ ਨੂੰ ਘੇਰਿਆ ਸੀ ਉਹਨਾਂ ਨੂੰ ਛਡਾ ਲਿਆ ਅਗਲਿਆਂ ਨੇ। ਵਾਹਵਾ ਘੰਟੇ ਜਾਮ ਤੇ ਲਾਉਣਾ ਪਿਆ ਸੜਕ ਤੇ, ਪਰ ਕਹਿੰਦੇ ਅਖੀਰ ਫਿਰ ਜਿੱਤ ਇਹ ਹੋਈ ਹੈ ਕਿ ਵੀ ਭਾਈ ਸਾਹਿਬ ਇੱਦਾਂ ਕਿੱਦਾਂ ਸਾਡੇ ਬੰਦੇ ਨਹੀਂ ਫੜ ਸਕਦੇ ਤੁਸੀਂ। ਸੰਧਾਲੀਆ ਸਾਹਿਬ, ਰਾਜਪੁਰੇ ਵਾਲੀ ਘਟਨਾ ਜਿਹੜੀ ਆ ਨਾ, ਉਹਨੇ ਇੱਕ ਤਾਂ ਕਿਸਾਨੀ ਸਫਾਂ ਦੇ ਵਿੱਚ ਸੋਚ ਵਿਚਾਰ ਪੈਦਾ ਕੀਤੀ ਹੈ ਕਿ ਸੰਘਰਸ਼ ਤਾਂ ਚੱਲੂਗਾ। ਜੇ ਲੀਡਰਾਂ ਦਾ ਵਿਰੋਧ ਨਹੀਂ ਕਰਦੇ ਤਾਂ ਉਹ ਕਹਿੰਦੇ ਕਿ ਲੀਡਰਾਂ ਨੂੰ ਜਾਗ ਨਹੀਂ ਆਉਂਦੀ, ਫਿਰ ਉਹ ਕਹਿੰਦੇ ਬੈਠੇ ਰਹਿਣ ਸਾਨੂੰ ਕੀ। ਕਿਉਂਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਇਦਾਂ ਕਈ ਵਾਰੀ ਹੋਇਆ ਕਿ 8-8 9-9 ਮਹੀਨੇ ਲੰਬਾ ਸੰਘਰਸ਼ ਖਾਸ ਤੌਰ ਤੇ ਮਾਲਵੇ ਦੇ ਬਠਿੰਡੇ ਵਾਲੇ ਖੇਤਰ 'ਚ ਚੱਲਦਾ ਰਿਹਾ। ਲੀਡਰ ਘਰੋਂ ਬਹਿੰਦੇ ਚਿੱਟੇ ਕੁੜਤੇ ਪਜਾਮੇ ਪਾ ਕੇ, 8-8 10 ਕਾਰਾਂ ਦਾ ਕਾਫਲਾ, ਤੇ ਉਧਰ ਨੂੰ ਦੇਖਦੇ ਵੀ ਨਹੀਂ ਜਿੱਥੇ ਉਹ ਟੈਂਟ ਲਾ ਕੇ ਬਹਿੰਦੇ ਹੁੰਦੇ ਸੀ। ਲੋਕਾਂ ਪਿੰਡਾਂ 'ਚੋਂ ਦੁੱਧ ਇਕੱਠਾ ਕਰਨਾ, ਲੋਕਾਂ ਦਾਲਾਂ ਇਕੱਠੀਆਂ ਕਰਨੀਆਂ, ਲੋਕਾਂ ਆਟਾ ਇਕੱਠਾ ਕਰਨਾ, ਉੱਥੇ ਪਹੁੰਚਦਾ ਕਰਨਾ, ਆਪੜ ਦਾ ਕਰਨਾ, ਦਿਨ ਰਾਤ ਦੇ ਧਰਨੇ 'ਚ। ਲੀਡਰਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਹੁਣ ਲੀਡਰਸ਼ਿਪ ਕਹਿੰਦੀ ਆ ਕਿ ਭਾਈ ਅਸੀਂ ਤੰਗ ਆ ਕਿ ਇਦਾਂ ਕਰਦੇ ਆ ਲੋਕ, ਪਰ ਤੁਸੀਂ ਦੇਖੋ 125 ਦਿਨ ਹੋ ਗਿਆ ਉਹ ਮੁੰਡਾ ਸੁਰਿੰਦਰਪਾਲ ਟਾਵਰ ਤੇ ਬੈਠਾ, ਇੰਨੀ ਗਰਮੀ, ਹਨੇਰੀ, ਮੀਂਹ, ਮੱਛਰ, ਸਿਹਤ ਉਹਦੀ ਖਰਾਬ ਹੋਈ ਜਾਂਦੀ ਹੈ। ਕਿਸੇ ਲੀਡਰ ਨੂੰ ਉਹਦਾ ਦਰਦ ਹੈਗਾ? ਪ੍ਰੈਸ ਨੋਟ ਦੇ ਵਿੱਚ ਇੱਕ ਲਾਈਨ ਪਾ ਦਿੰਦੇ ਆ, ਉਹ ਜੀ ਜਿੱਦਾਂ ਮੁੰਡਾ ਟਾਵਰ ਤੇ ਬੈਠਾ ਸਾਨੂੰ ਉਹਦਾ ਬਹੁਤ ਦੁੱਖ ਹੈ, ਸੱਤਾਧਾਰੀ ਇਹ ਪਾ ਦਿੰਦੇ ਆ, ਅਸੀਂ ਕੋਸ਼ਿਸ਼ ਕਰ ਰਹੇ ਉਹਨੂੰ ਛੇਤੀ ਤੋਂ ਛੇਤੀ ਉੱਤਰ ਆਉਣਾ ਚਾਹੀਦਾ, ਮੰਗਾਂ ਅਸੀਂ ਪ੍ਰਵਾਨ ਕਰਾਂਗੇ ਲੌਜੀਕਲੀ। ਵਿਰੋਧੀ ਕਹਿ ਦਿੰਦੇ ਆ ਜਿੱਦਾਂ ਮੁੰਡਾ ਸੁਰਿੰਦਰਪਾਲ ਉੱਥੇ ਬੈਠਾ ਇਹਨਾਂ ਨੂੰ ਦੁੱਖ ਨਹੀਂ ਆਉਂਦਾ, ਕਿਤੇ ਸਾਡੀ ਸਰਕਾਰ ਹੋਵੇ, ਅਸੀਂ ਫਿਰ ਕਰਕੇ ਦਿਖਾਈਏ, ਅਸੀਂ ਥੋੜ੍ਹੇ ਇੱਦਾਂ ਜਵਾਨੀ ਰੋਲਣ ਦਿੰਦੇ ਆ। ਇਹਦੇ ਤੋਂ ਵੱਧ ਆਮ ਬੰਦੇ ਦਾ ਦੁੱਖ ਲੀਡਰਸ਼ਿਪ ਨੂੰ ਹੈ ਨਹੀਂ, ਵਿਰਲੇ ਟਾਵੇਂ ਨੂੰ ਕਿਸੇ ਨੂੰ ਹੋਊਗਾ। ਹੁਣ ਰਾਜਪੁਰੇ 'ਚ ਅਸੀਂ ਕਹਿੰਦੇ ਕਿ ਲੋਕਤੰਤਰੀ ਅਧਿਕਾਰ ਹੈ ਭਾਈ, ਲੀਡਰਾਂ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ, ਧਿਆਨ ਰੱਖਣਾ ਚਾਹੀਦਾ, ਕਿਸੇ ਦੇ ਕੱਪੜੇ ਪਾੜਨੇ, ਕਿਸੇ ਦੀ ਕੁੱਟਮਾਰ ਕਰਨੀ, ਕਿਸੇ ਦੇ ਧੱਕੇ ਮਾਰਨੇ ਬਿਲਕੁਲ ਜਾਇਜ਼ ਨਹੀਂ, ਅੱਗੋਂ ਤੋਂ ਨਾ ਹੋਵੇ। ਕਿਸਾਨੀ ਸਫਾਂ 'ਚ ਚਰਚਾ ਚੱਲ ਪਈ ਕਿ ਆਪਾਂ ਇੱਕ ਸੀਮਾ ਰੇਖਾ ਨਿਰਧਾਰਿਤ ਕਰ ਲਈਏ, ਪਰ ਦੂਸਰੇ ਪਾਸੇ ਇਹ ਵੀ ਆ ਨਾ ਕਿ ਆਮ ਬੰਦਾ ਕਰੇ ਕੀ। ਮੈਂ ਰਾਜਪੁਰੇ ਵਾਲੀ ਘਟਨਾ ਤੇ ਆਉਣ ਤੋਂ ਪਹਿਲਾਂ 1 ਮਿੰਟ ਲਾਉਂਗਾ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਮਜ਼ਦੂਰ ਆਪਣੇ ਘਰ ਨੂੰ ਆ ਰਿਹਾ, ਪੂਰਾ ਬੰਦਾ, ਬਾਲਗ, ਅਡਲਟ ਵੋਟਰ, ਜਿਹਦੇ ਸਾਰੇ ਸਰੀਰ ਦੇ ਅੰਗ ਪੈਰ ਕਾਇਮ ਨੇ, ਜਿਹੜਾ ਸਾਰਾ ਦਿਨ ਦਿਹਾੜੀ ਕਰਕੇ ਆਇਆ, ਕੰਮ ਕਰਕੇ ਰਿਸ਼ਟ ਪੁਸ਼ਟ ਵੀ ਹੋਣਾ, ਅਵਾਰਾ ਕੁੱਤਿਆਂ ਨੇ ਘੇਰ ਲਿਆ, ਨੋਚ ਲਿਆ, ਹਸਪਤਾਲ ਜਾ ਕੇ ਮੌਤ ਹੋ ਗਈ। ਤੁਸੀਂ ਇਹ ਦੇਖੋ ਕਿ ਇਹ ਕੋਈ ਬਹੁਤ ਵੱਡਾ ਅਲਜਬਰੇ ਦਾ ਸਵਾਲ ਨਹੀਂ ਹੈ ਭਾਰਤ ਦੀ, ਪੰਜਾਬ ਦੀ ਲੀਡਰਸ਼ਿਪ ਦੇ ਲਈ ਕਿ ਅਵਾਰਾ ਕੁੱਤੇ ਜੇ ਇੱਕ ਪੂਰੇ ਭਰ ਜਵਾਨ ਬੰਦਾ ਜਿਹੜਾ ਸੜਕ ਤੇ ਤੁਰਿਆ ਜਾਂਦਾ ਉਹਨੂੰ ਘੇਰ ਕੇ ਮਾਰ ਸਕਦੇ ਆ। ਛੋਟੇ ਬੱਚੇ ਆ, ਕੋਈ ਬਜ਼ੁਰਗ ਹੋ ਸਕਦਾ, ਕੋਈ ਬਿਮਾਰ ਹੋ ਸਕਦਾ, ਕੋਈ ਔਰਤ ਹੋ ਸਕਦੀ ਹੈ, ਜਾਨੀ ਕੁਛ ਵੀ ਹੋ ਸਕਦਾ, ਕੋਈ ਬੰਦਾ ਜਾਂ ਕੋਈ ਔਰਤ ਆਪਣੇ ਬੱਚੇ ਨੂੰ ਚੱਕ ਕੇ ਤੁਰੀ ਜਾਂਦੀ ਹੋ ਸਕਦੀ। ਕਿਵੇਂ ਬਚਾ ਲਓਗੇ ਤੁਸੀਂ? ਜੇ ਤੁਸੀਂ ਇੰਨੀ ਛੋਟੀ ਨਹੁੰ ਦੇ ਪਾਉਣ ਜੋਗੀ ਸਮੱਸਿਆ ਤੁਹਾਡੇ ਜ਼ਿਹਨ ਦੇ ਵਿੱਚ ਨਹੀਂ ਆਉਂਦੀ, ਤਾਂ ਫਿਰ ਤੁਸੀਂ ਪੰਜਾਬ ਦੇ ਲੋਕਾਂ ਦੀਆਂ, ਭਾਰਤ ਦੇ ਲੋਕਾਂ ਦੀਆਂ ਬਾਕੀ ਸਮੱਸਿਆਵਾਂ ਸੁਲਝਾਉਣ ਦਾ ਦਾਅਵਾ ਕਿੱਦਾਂ ਕਰ ਸਕਦੇ? ਲੋਕ ਤੰਗ ਨੇ, ਲੋਕ ਪਰੇਸ਼ਾਨ ਨੇ ਕਿ ਸਾਰਾ ਕੁਝ ਸਾਹਮਣੇ ਹੈ, ਸਾਰਾ ਕੁਝ ਨਜ਼ਰ ਆਉਂਦਾ। ਅੱਜ ਹੀ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਇੱਕ ਮੁੰਡਾ PhD ਕਰਦਾ, ਉਹਦੀ ਰਿਪੋਰਟ ਦਿਖਾਈ, ਉਹ PhD ਕਰਦਾ ਨਾਲ ਜੂਸ ਦੀ ਰੇਹੜੀ ਲਾਉਂਦਾ, ਨੈਟ ਕਲੀਅਰ ਹੈ, ਨੈਸ਼ਨਲ ਐਲੀਜੀਬਿਲਿਟੀ ਟੈਸਟ, ਯਾਨੀ ਕਿ ਉਹ ਕਾਲਜ ਦੇ ਵਿੱਚ ਐਜ਼ ਏ ਲੈਕਚਰਰ ਪੜ੍ਹਾਉਣ ਦੀ
ਠੋਕ ਕੇ ਯੋਗਤਾ ਰੱਖਦਾ ਹੈ। ਇੱਕ ਉਹਦੇ ਵਿੱਚ ਨਹੁੰ ਤੇ ਪਾਉਣ ਜੋਗਾ ਵੀ ਕਾਣ ਨਹੀਂ, ਉਹ ਮੁੰਡੇ ਨੂੰ ਜੂਸ ਦੀ ਰੇਹੜੀ ਲਾਉਣ ਲਈ ਮਜਬੂਰ, PhD ਨਹੀਂ ਛੱਡੀ, ਪਰ ਜਿਹੜੇ ਸੂਬੇ ਦੇ ਵਿੱਚ PhD ਕਰ ਰਿਹਾ, ਕਾਲਜ ਦੇ ਵਿੱਚ ਪੜਾਉਣ ਦੀ ਯੋਗਤਾ ਰੱਖਣ ਵਾਲਾ ਨੌਜਵਾਨ ਪੜ੍ਹਾਈ ਜਾਰੀ ਰੱਖਣ ਦੇ ਲਈ ਜੂਸ ਦੀ ਰੇਹੜੀ ਲਾਉਂਦਾ, ਲਾਇਬ੍ਰੇਰੀ ਨਹੀਂ ਹੈ ਉਹਦੇ ਲਈ, ਯੂਨੀਵਰਸਿਟੀ ਨਹੀਂ ਹੈ ਉਹਦੇ ਲਈ, ਜੂਸ ਦੀ ਰੇਹੜੀ ਹੈ। ਇਹਦਾ ਮਤਲਬ ਹੈ ਕਿ ਭਾਵੇਂ ਹੁਣ ਵਾਲਿਆਂ ਨੇ 84.5% ਵਾਅਦੇ ਪੂਰੇ ਕੀਤੇ ਆ, ਪਿਛਲੇ ਵਾਲਿਆਂ ਨੇ 95% ਪੂਰੇ ਕੀਤੇ ਸੀ, ਪਰ ਉਹ ਪਤਾ ਨਹੀਂ ਕਿੱਥੇ ਹਵਾ 'ਚ ਪੂਰੇ ਕਰਤੇ, ਜ਼ਮੀਨ ਤੇ ਨਹੀਂ ਉਤਰੇ। ਨਹੀਂ ਉਤਰੇ ਤੇ ਚਲੋ ਇਸੇ ਕਰਕੇ ਫਿਰ ਲੋਕ ਤਾਂ ਜ਼ਮੀਨ ਤੇ ਉਤਰ ਆਏ ਕਿ ਨਹੀਂ, ਇਸੇ ਕਰਕੇ ਹੁਣ ਉਹ ਸੜਕਾਂ ਤੇ ਆ ਗਏ। ਨਾਲੇ ਅੱਗੇ ਕੁਰਸੀ ਤੇ ਬਿਠਾਉਂਦੇ ਉਹਨੂੰ ਜ਼ਮੀਨ ਤੇ ਬਿਠਾ ਲੈਂਦੇ, ਇੱਥੇ ਦਰੀ ਤੇ ਬੈਠੋ, ਉਹ ਕਹਿੰਦੇ ਪੁੰਜੇ ਬਹਿ ਜਾਓ ਇਹਦੇ ਬਰਾਬਰ ਆ ਜਾਓ ਸਾਡੇ। ਹੁਣ ਦੇਖੋ ਰਾਜਪੁਰ ਵਾਲੀ ਘਟਨਾ ਜਿਹੜੀ ਇਦਾਂ ਵੀ, ਕਿਉਂਕਿ ਉਹ ਬੰਦ ਵੀ ਕੀਤਾ, ਉੱਥੇ ਲੀਡਰਾਂ ਨੂੰ ਅੰਦਰ ਕੁੱਟਮਾਰ ਦਾ ਵੀ ਰੌਲਾ ਸੀਗਾ, ਚਲੋ ਗੱਲ ਬਾਅਦ ਚ ਨਿਕਲੀ ਵੀ ਭਾਈ ਅਗਲਿਆਂ ਦਾ ਗਨਮੈਨ ਕਹਿੰਦਾ ਮੈਂ ਗੋਲੀ ਮਾਰ ਦੂੰ, ਤੇ ਉਹ ਕਹਿੰਦੇ ਚੰਗਾ ਫਿਰ ਤੂੰ ਮਾਰ, ਗੱਲ ਤੇ ਇੱਥੇ ਸੀ ਨਾ। ਪਰ ਹੁਣ ਜਿੱਦਾਂ ਇਹ ਚਰਚਾ ਚੱਲੀ ਸੀ ਕਿ ਵੀ ਹਾਂਜੀ ਭਾਈ ਸਾਹਿਬ ਕਾਰਵਾਈ ਹੋਊਗੀ, ਇੱਦਾਂ ਕਿੱਦਾਂ ਸਾਡੀਆਂ ਤਾਂ ਹੁਣ ਫਿਰ ਇੱਦਾਂ ਰੈਲੀਆਂ ਨਹੀਂ ਹੋਣਗੀਆਂ, ਸਾਡੇ ਸਮਾਗਮ ਨਹੀਂ ਹੋਣਗੇ। ਹੁਣ ਜਿੱਦਾਂ ਪੁਲਿਸ ਨੇ ਫੜ ਕੇ ਬੰਦੇ ਅੰਦਰ ਦਿੱਤੇ ਤੇ ਨਾਲ ਦੀ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਬੰਦੇ ਜਾ ਕੇ ਸੜਕ ਤੇ ਬਹਿ ਗਏ, ਉਹ ਕਹਿੰਦੇ ਵੀ ਇੱਦਾਂ ਕਿੱਦਾਂ, ਮਤਲਬ ਹੁਣ ਤੁਸੀਂ ਆਖੋਗੇ ਵੀ ਅੰਦਰ ਦੇ ਕੇ ਤੇ ਅਸੀਂ ਡੰਡੇ ਦੇ ਜ਼ੋਰ ਤੇ ਸਾਰਾ ਕੁਝ ਕਰਾਵਾਂਗੇ, ਇਹ ਕੰਮ ਨਹੀਂ ਚੱਲਣਾ। ਉਹਨਾਂ ਆਪਣੇ ਬੰਦੇ ਰਿਹਾ ਕਰਾ ਲਏ। ਪਰ ਇਹ ਸਾਰੀ ਘਟਨਾ 'ਚ ਇੱਕ ਚੀਜ਼ WhatsApp ਜਿਹੜੀ ਨੋਟ ਕਰਨ ਵਾਲੀ ਹੈ ਵੀ ਇਹ ਤੋਂ ਪਹਿਲਾਂ ਇੱਕ ਦਿਨ ਅਸ਼ਵਨੀ ਸ਼ਰਮਾ ਨੇ ਆਪਣੇ ਸਾਰੇ BJP ਦੇ ਲੀਡਰਸ਼ਿਪ ਵਾਲੇ ਬੰਦੇ ਨੂੰ ਲੈ ਕੇ ਕੈਪਟਨ ਸਾਹਿਬ ਕੋਲ ਗਏ ਸੀ ਨਾ, ਤੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਕੋਈ ਗੱਲ ਨਹੀਂ, ਮੈਂ ਨਿੱਜੀ ਤੌਰ ਤੇ ਧਿਆਨ ਦਿੰਦਾ ਬਾਬੂ ਜੀ, ਚਾਹ ਪੀਤੀ ਤੁਸੀਂ? ਉਹ ਕਹਿੰਦੇ ਨਹੀਂ ਗਰਮੀ ਬਈ, ਠੰਡਾ ਪੀਣਾ, ਨਿੰਬੂ ਪਾਣੀ ਆਵੇ। ਉਹ ਜਿਹੜੀ ਸੇਵਾ ਕੀਤੀ ਹੈ ਨਾ, ਉਹਦੇ ਤੇ ਸੁਖਬੀਰ ਬਾਦਲ ਸਾਹਿਬ ਨੂੰ ਇਤਰਾਜ਼ ਹੋਇਆ ਹੈ। ਪਰ ਇੱਕ ਮਿੰਟ, ਇੱਕ ਇਤਰਾਜ਼ ਮੈਨੂੰ, ਤੁਸੀਂ ਦੇਖੋ ਅੱਧੀ ਗੱਲ ਦੱਸੀ, ਅੱਧੀ ਨਹੀਂ ਦੱਸੀ, ਪੂਰੀ ਕਰ ਲਓ। ਹਾਂ ਮੈਂ ਪੂਰੀ ਕਰ ਲਾਂਗਾ। ਜਦੋਂ BJP ਵਾਲੇ ਗਏ, ਉਹ ਪੁੱਛਿਆ ਅੱਛਾ ਘੇਰ ਲਿਆ ਹੈ ਅੰਦਰ ਵੜ, ਤੇ ਬਹੁਤ ਮਾੜੀ ਗੱਲ ਹੈ, ਮੈਂ ਹੁਣੇ ਫੋਨ ਕਰਦਾ SSP ਉਹਨਾਂ ਨੂੰ, ਉਹ ਕਾਰਵਾਈ ਕਰਨਗੇ, ਮੈਂ ਨਿੱਜੀ ਤੌਰ ਤੇ ਦੇਖਦਾ। ਪਰ ਨਾਲ ਚਾਹ ਪੀਂਦੇ ਪੀਂਦੇ ਇੱਕ ਸਲਾਹ ਵੀ ਦਿੱਤੀ ਹੋਣੀ ਆ। ਇਹ ਹੋਇਆ ਕੀ ਸੀ, ਜਾਨੀ ਘਟਨਾ ਕੀ ਸੀ? ਉਹ ਕਹਿੰਦੇ ਜੀ ਅਸੀਂ ਇੱਦਾਂ ਕਰਕੇ ਮੀਟਿੰਗ ਕਰਨ ਗਏ ਸੀ, ਉੱਥੇ ਗਏ ਸੀ, ਘੇਰ ਲਿਆ। ਯਾਰ ਤੁਸੀਂ ਧਿਆਨ ਰੱਖੋ, ਮੈਂ ਜਾਣਾ ਕਿਤੇ, ਮੈਨੂੰ ਨਹੀਂ ਘੇਰ ਲੈਂਦੇ, ਵੈਸੇ ਗੱਲ ਹੀ ਤੁਸੀਂ ਜਾਣੇ ਹੋ ਤਾਂ ਘੇਰਦੇ ਜਾਓ ਹੀ ਨਾ। ਨਹੀਂ ਉਹ ਲੈਣਾ ਬਾਬੂ ਜੀ, ਵੇਖੋ ਗੱਲ ਇਹ ਆ ਵੀ ਤੁਸੀਂ ਐਵੇਂ ਹੁਣ ਕੋਈ ਪਠਾਨਕੋਟੋਂ ਤੁਰਿਆ, ਉਹ ਫਾਜ਼ਿਲਕਾ ਤੋਂ ਤੁਰੇ ਫਿਰ, ਇੱਦਾਂ ਹੁਣ ਤੁਸੀਂ ਪੰਜਾਬ 'ਚ ਤੁਰੇ ਫਿਰੋਗੇ ਤੇ ਘੇਰਨਾ ਹੀ ਘੇਰਨਾ। ਤੁਸੀਂ ਐਂ ਕਰੋ ਵੀ ਇੱਥੇ ਲਾਗੇ, ਪਰ ਮੈਂ ਕਾਕੇ ਨੂੰ ਕਹਿਣਾ ਪਰ ਨੀਮ ਪਹਾੜੀ ਇਲਾਕੇ 'ਚ ਇੱਕ ਫਾਰਮ ਹਾਊਸ ਤੁਸੀਂ ਵੀ ਬਣਾਓ, ਉੱਥੇ ਵਿਆਹ ਕਰ ਮਾਰ ਨਿਆਰ ਲਿਆ ਕਰ। ਪਰ ਇੱਕ ਚੀਜ਼ ਹੈ, ਚਲੋ ਹੁਣ ਸੁਖਬੀਰ ਬਾਦਲ ਸਾਹਿਬ ਨੇ ਜਿਹੜੀ ਗੱਲ ਕਹਿ ਤੀ ਕਿ ਭਾਈ ਸਾਹਿਬ ਇਹ ਤਾਂ ਸਾਰਾ ਕੁਝ ਕਲੀਅਰ ਹੋ ਗਿਆ ਵੀ ਕੈਪਟਨ ਸਾਹਿਬ ਕਿਵੇਂ BJP ਦੇ ਇਸ਼ਾਰੇ ਤੇ ਨੱਚਦੇ ਨੇ। ਹੁਣ ਉਹਨਾਂ ਦੇ ਬੰਦਿਆਂ ਨੂੰ ਜਿਸ ਹਿਸਾਬ ਨਾਲ ਆਇਓ ਭਗਤ ਕੀਤੀ ਹੈ, ਤੇ ਜਿਸ ਹਿਸਾਬ ਨਾਲ ਕਿਹਾ ਵੀ ਕੋਈ ਗੱਲ ਨਹੀਂ ਵੀ ਮੈਂ ਹੈਗਾ, ਏਡੀ ਕਿਹੜੀ ਗੱਲ, ਤੁਹਾਡੀ ਵਾਲ ਵੀ ਕੋਈ ਨਹੀਂ ਵੇਂਦਾ, ਉਹ ਕਹਿੰਦੇ ਦਾਲ 'ਚ ਕਾਲਾ ਭਾਈ ਕੁਛ ਨਹੀਂ। ਉਹਨਾਂ ਨੂੰ ਤਾਂ ਦੇਖੋ ਲੱਗੂਗਾ, ਕਿਉਂਕਿ ਪਹਿਲਾਂ ਉਹ ਇਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣੀ ਕੋਈ ਕਰਦੇ ਨਹੀਂ, ਤੁਸੀਂ BJP ਦੇ ਇਸ਼ਾਰਿਆਂ ਤੇ ਨੱਚਦੇ ਹੋ, ਜਿੰਨੇ ਵੀ 20-22 ਸਾਲ ਗੱਠ ਜੁੜ ਕੇ ਤੇ ਰਿਹਾ ਹੋਊਗਾ ਕਿ ਤੁਸੀਂ ਭਾਈ ਉਹਨਾਂ ਦੇ ਮੁਤਾਬਕ ਹੀ ਚੱਲਦੇ ਹੋ। ਹੁਣ ਉਹ ਕਹਿੰਦੇ ਕਿ ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ। ਇਹਦਾ ਮਤਲਬ ਪਤਾ ਕੀ ਹੋਇਆ? ਇਹਦਾ ਮਤਲਬ ਕਿ ਪੰਜਾਬ ਦਾ ਕੋਈ ਲੀਡਰ ਉਹਦੇ ਆਪਣੇ ਇਸ਼ਾਰੇ ਹੀ ਨਹੀਂ, ਜਾਣੀ ਕੋਈ ਦੋਨੇ ਹੀ ਧਿਰਾਂ, ਮੰਨ ਲਓ ਆਪਾਂ ਦੋਨਾਂ ਨੂੰ ਹੀ ਸੱਚੀਆਂ ਕਹਿ ਦਿੰਦੇ ਆ। ਪਹਿਲਾਂ ਉਹ ਕਹਿੰਦੇ ਤੁਸੀਂ BJP ਦੇ ਇਸ਼ਾਰੇ ਤੇ ਨੱਚਦੇ ਆ, ਹੁਣ ਇਹ ਕਹਿੰਦੇ ਤੁਸੀਂ ਇਹਦਾ ਮਤਲਬ ਜੇ ਦੋਨੇ ਹੀ ਨੱਚਦੇ ਨੇ, ਇਹਦਾ ਮਤਲਬ ਡੋਰ ਤਾਂ ਫਿਰ ਉਹਨਾਂ ਦੇ ਹੱਥ 'ਚ ਹੋਈ। ਨਹੀਂ ਉਹ ਮਤਲਬ ਜਿੰਨੇ ਪੰਜਾਬ ਦੇ ਲੀਡਰ ਆ ਨਾ, ਉਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਆ। ਕਿਉਂਕਿ ਤੁਸੀਂ ਵੇਖਿਆ ਨਾ, ਜਦੋਂ ਤੇ ਨਵਾਂ ਰਾਜਦੂਤ ਲਿਆ ਹੁੰਦਾ ਫਿਰ ਉਹਦੇ ਇੰਡੀਕੇਟਰ ਸਾਰੇ ਹੁੰਦੇ, ਤੇ ਜਦੋਂ ਉੱਤੇ ਡੋਣੇ ਡਾਣੇ ਟੰਗਾਉਣੇ ਹੁੰਦੇ ਆ ਫਿਰ ਉਸ ਹਿਸਾਬ ਨਾਲ ਇੰਡੀਕੇਟਰ ਹੌਲੀ ਹੌਲੀ ਉੱਡ ਜਾਂਦੇ ਆ। ਉਸ ਹਿਸਾਬ ਨਾਲ ਕੀ ਕਰੀਏ, ਪੰਜਾਬ ਦੇ ਮਤਲਬ ਉਹ ਮਸਲਿਆਂ ਦਾ ਇਦਾਂ ਡੋਣਿਆਂ ਵਾਂਗੂ ਭਾਰ ਹੀ ਜ਼ਿਆਦਾ ਨਾ, ਵਿਚਾਰੇ ਕਰਨ ਕੀ। ਬਾਕੀ ਸੰਧਾਲੀਆ ਸਾਹਿਬ ਜਿਹੜੀ ਰਾਜਪੁਰੇ ਵਾਲੀ ਘਟਨਾ, ਉਹਨੇ ਇੱਕ ਗੱਲ ਕਲੀਅਰ ਕਰਤੀ ਕਿ ਕੈਪਟਨ ਸਰਕਾਰ ਕਸੂਤੀ ਫਸ ਗਈ। ਹੁਣ BJP ਵਾਲੇ ਪਹਿਲਾਂ ਰਾਜਪਾਲ ਸਾਹਿਬ ਦੇ ਕੋਲੇ ਜਾਂਦੇ ਹੁੰਦੇ ਸੀ ਕਿ ਦੇਖੋ ਜੀ ਸਾਡੇ ਬੰਦਿਆਂ ਨੂੰ ਉਹ ਘੇਰਦੇ ਆ, ਮੀਟਿੰਗ ਨਹੀਂ ਕਰਨ ਦਿੰਦੇ, ਸਾਡਾ ਜਮਹੂਰੀ ਹੱਕ ਹੈ। ਰਾਜਪਾਲ ਹੋਰੀ DGP ਸਾਹਿਬ ਨੂੰ ਕਹਿ ਦਿੰਦੇ ਹੋਣਗੇ, ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਕੋਈ ਬਹੁਤਾ ਨਹੀਂ ਸੀ ਪਤਾ ਲੱਗਦਾ। ਪਰ ਐਤਕੀ ਜਦੋਂ BJP ਵਾਲੇ ਘੇਰ ਹੋਏ ਆ, ਉਸਦੇ ਹਾਈ ਕੋਰਟ ਗਏ, ਘੇਰੇ ਹੀ ਹਾਈ ਕੋਰਟ ਗਏ, ਵਕੀਲ ਤਿਆਰ ਰੱਖਦੇ ਆ। ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗ ਲਈ। ਹੁਣ ਪੰਜਾਬ ਸਰਕਾਰ ਨੇ ਰਿਪੋਰਟ ਦੇ ਵਿੱਚ ਕੁਛ ਤਾਂ ਲਿਖਣਾ, ਇਹ ਤਾਂ ਮੰਨਣਾ ਪਊਗਾ ਉਹਨਾਂ ਨੂੰ, ਕਿਉਂਕਿ ਵੀਡੀਓ ਗਈਆਂ ਕਿ ਭਾਈ ਘੇਰਿਆ। ਇਹ ਵੀ ਮੰਨਣਾ ਪਊਗਾ ਕਿ ਭਾਈ ਭਾਜਪਾ ਦੇ ਇੱਕ ਕੌਂਸਲਰ ਸਾਹਿਬ ਮੋਰੇ ਭੱਜੇ ਆਉਂਦੇ ਸੀ ਤੇ ਮਗਰ ਕੁਝ ਲੋਕ ਸੀ। ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਪੁਲਿਸ ਜਿਹੜੀ ਹੈ ਉਹ ਸਾਥ ਦੇ ਰਹੀ ਹੈ ਕੁੱਟਣ ਵਾਲਿਆਂ ਦਾ, ਘੇਰਨ ਵਾਲਿਆਂ ਦਾ, ਤੇ ਸਾਨੂੰ ਬੰਦੀ ਬਣਾਉਣ ਵਾਲਿਆਂ ਦਾ। ਹੁਣ ਪੁਲਿਸ ਵਾਲਿਆਂ ਦੀਆਂ ਵੀਡੀਓਜ਼ ਵੀ ਵਿੱਚ, ਹਾਲਾਂਕਿ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਦੋਂ ਹਾਈ ਕੋਰਟ ਨੇ ਰਿਪੋਰਟ ਮੰਗ ਲਈ ਕਿ ਸਾਨੂੰ ਕੱਲ ਇੰਨੇ ਵਜੇ ਤੱਕ ਰਿਪੋਰਟ ਦਿਓ, ਫਿਰ ਭਾਈ ਛਾਪਾ ਵੀ ਪੈਣਾ ਸੀ, ਫਿਰ 5-4 ਬੰਦੇ ਜਿਹੜੇ ਉਹ ਕਾਬੂ ਵੀ ਆਉਣੇ ਸੀ, ਹਿਰਾਸਤ ਦੇ ਵਿੱਚ ਵੀ ਲੈਣੇ ਸੀ, ਕਿਉਂਕਿ ਅਗਲਿਆਂ ਨੇ ਲਿਖ ਕੇ ਵੀ ਦੇਣਾ ਨਾ ਕਿ ਅਸੀਂ ਸ਼ੱਕੀ ਬੰਦਿਆਂ ਤੋਂ ਪੁੱਛਗਿੱਛ ਕੀਤੀ ਹੈ, ਅਸੀਂ ਪਰਚਾ 150 ਅਣਪਛਾਤੇ ਬੰਦਿਆਂ ਦੇ ਉੱਤੇ ਦਰਜ ਕਰ ਲਿਆ, ਜਲਦੀ ਅਸੀਂ ਕਾਰਵਾਈ ਇਸ ਮੁੱਦੇ ਤੇ ਕਰਾਂਗੇ ਤੇ ਭਵਿੱਖ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਇਦਾਂ ਦੀ ਕੋਈ ਘਟਨਾ ਵਾਪਰੇ ਨਾ। ਪਰ ਜਿੱਦਾਂ ਹੀ ਤੜਕਸਾਰ ਬੰਦੇ ਹਿਰਾਸਤ 'ਚ ਲਏ, ਕਿਸਾਨਾਂ ਨੇ ਨਾਲ ਹੀ ਚੰਡੀਗੜ੍ਹ ਤੇ ਪਟਿਆਲੇ ਵਾਲਾ ਜਿਹੜਾ GT ਰੋਡ ਹੈ ਬੰਦ ਕਰਤਾ, ਉਹਨੂੰ ਬੰਦ ਕਰ ਦਿੱਤਾ ਤੇ 8 ਘੰਟੇ ਬੰਦ ਰੱਖਿਆ।
ਸੜਕਾਂ ਦੇ ਫਿਰ ਪਿੰਡਾਂ ਵਿੱਚ ਦੀ ਅਗਲੇ ਨੇ ਆਵਾਜਾਈ ਚਾਲੂ ਕਰਤੀ, ਉਹ ਕਹਿੰਦੇ ਸੀ ਛੱਡੋ। ਪੁਲਿਸ ਵਾਲੇ ਕਹਿੰਦੇ ਸੀ ਕਿ ਭਾਈ ਉੱਪਰੋਂ ਵੀ ਬੜਾ ਪ੍ਰੈਸ਼ਰ ਹੈ, ਛੱਡੀਏ ਕਿੱਦਾਂ? ਉਹ ਕਹਿੰਦੇ ਚਲੋ ਇਦਾਂ ਠੀਕ ਆ, ਫਿਰ ਪਿੰਡਾਂ ਵਾਲੀਆਂ ਵੀ ਬੰਦ ਕਰ ਦਿੰਦੇ। ਕਿਸਾਨ ਉਧਰਲੇ ਪਾਸੇ ਨੂੰ ਤੁਰ ਪਏ। ਤੁਸੀਂ ਇਹ ਦੇਖੋ ਕਿ ਕੁਛ ਦਿੱਲੀ ਬੈਠੇ ਆ, ਕੁਛ 150 ਥਾਵਾਂ ਤੇ ਪੰਜਾਬ 'ਚ ਧਰਨੇ ਲੱਗੇ ਉੱਥੇ ਬੈਠੇ, ਇਹਦੇ ਬਾਵਜੂਦ ਵੀ ਅਗਾਉਣ ਆ ਜਾਂਦੇ ਆ। ਜਾਣੀ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੁਣ ਇੰਨੀ ਤਕੜੀ ਹੈ ਕਿ ਕਿਸੇ ਨੂੰ ਬਾਰ-ਬਾਰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਚੇਤਾ ਨਾ ਭੁਲਾਈ ਆਪਾਂ ਉੱਥੇ ਜਾਣਾ ਹੈ। ਜਿੱਦਾਂ ਹੀ ਕਿਸੇ ਨੂੰ ਪਤਾ ਲੱਗਦਾ ਦਾਤੀ ਪੱਲੀ ਕੁਛ ਵੀ ਹੁੰਦੀ ਹੈ, ਨਾਲ ਹੀ ਤੁਰ ਪੈਂਦੇ ਆ ਕਿ ਭਾਈ ਕਿਸਾਨਾਂ ਦਾ ਮੁੱਦਾ। ਪਰ ਫਿਰ ਵੀ ਅਸੀਂ ਚਾਹੁੰਦੇ ਆ ਕਿ ਭਾਈ ਲੀਡਰਾਂ ਨੂੰ ਬਿਠਾਓ, ਸਵਾਲ ਪੁੱਛੋ, ਕੋਈ ਉਹਨਾਂ ਦੇ ਨਾਲ ਧੱਕਾ ਮੁੱਕੀ ਨਾ ਹੋਵੇ, ਕੋਈ ਅਪਸ਼ਬਦ ਨਾ ਹੋਵੇ, ਕਿਉਂਕਿ ਆਖਿਰਕਾਰ ਮਸਲਾ ਤਾਂ ਗੱਲਬਾਤ ਨਾਲ ਸੁਲਝਣਾ। ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਹੈ ਉਹ ਵੀ ਆਪਣੀ ਹਾਈ ਕਮਾਂਡ ਨੂੰ, ਜੇ ਆਪਾਂ ਜੋਸ਼ੀ ਸਾਹਿਬ ਦੀ ਗੱਲ ਨੂੰ ਵਿੱਚ ਲੈ ਕੇ ਆਈਏ, ਉਹ ਵੀ ਠੀਕ ਤਰੀਕੇ ਦੱਸਣ ਕਿ ਭਾਈ ਉੱਥੇ ਆਹ ਹਾਲਾਤ ਨੇ। ਹਰਿਆਣੇ ਦੇ ਬੀਜੇਪੀ ਦੇ ਲੀਡਰ ਵੀ ਦੱਸਣ ਕਿ ਉੱਥੇ ਆਹ ਹਾਲਾਤ ਨੇ, ਤੇ ਉਹਦੇ ਤੋਂ ਬਾਅਦ ਇਹ ਵੀ ਦੱਸਣ ਕਿ ਭਾਈ ਇਹਨਾਂ ਦੇ ਨਾਲ ਮਾੜੀ ਮੋਟੀ ਗੱਲਬਾਤ ਕਰੋ। ਤੁਹਾਡੇ ਨਾਲ ਇੱਥੇ ਲੋਕ ਗੱਲ ਕਰ ਲੈਣਗੇ, ਸਰਕਾਰ ਦਿੱਲੀ ਵਾਲੀ ਤੁਸੀਂ ਕਿਸਾਨਾਂ ਨਾਲ ਕਰਾ ਦਿਓ। ਜੇ ਮੈਂ ਇੱਕ ਗੱਲ ਸੋਚਦਾ ਸੀ ਵੀ ਦੇਖੋ ਹੁਣ ਹਾਈ ਕੋਰਟ ਜਾ ਕੇ ਸ਼ਿਕਾਇਤ ਵੀ ਕੀਤੀ ਬੀਜੇਪੀ ਵੱਲੋਂ ਵੀ ਸਾਨੂੰ ਤੁਰਨ ਨਹੀਂ ਦਿੰਦੇ, ਸਾਨੂੰ ਬੋਲਣ ਨਹੀਂ ਦਿੰਦੇ। ਮੰਨ ਲਓ ਵੀ ਇਹ ਮਸਲਾ ਇਸ ਤਰ੍ਹਾਂ ਅਦਾਲਤੋਂ ਅਦਾਲਤੀ ਤੁਰ ਪੈਂਦਾ ਹੈ ਨਾ, ਅੱਗੇ ਸੜਕੋਂ ਸੜਕੀ ਤੇ ਉਹ ਹਟਿਆ, ਸਰਕਾਰੋਂ ਸਰਕਾਰੀ ਵੀ ਉਹ ਹਟਿਆ, ਅਦਾਲਤੋਂ ਅਦਾਲਤੀ ਚੱਲ ਪੈਂਦਾ। ਤੇ ਹੋ ਸਕਦਾ ਵੀ ਕੱਲ ਨੂੰ ਕੋਈ ਨਾ ਕੋਈ ਵਕੀਲ ਸਾਹਿਬ ਫਿਰ ਇਹਦੀ ਤਾਣੀ ਜੋੜ ਦੇਣ ਵੀ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਉਹ ਸਾਰਾ ਕੁਝ ਪਿਆ ਜੀ ਉੱਤੇ, ਉੱਧਰੋਂ ਅਜੇ ਆਇਆ ਕੁਝ ਨਹੀਂ, ਸਰਕਾਰ ਨੇ ਦੱਸਿਆ ਕੁਝ ਨਹੀਂ, ਗੱਲਾਂ ਕਰਨ ਨੂੰ ਆਉਂਦੇ ਵੀ ਕਿਸਾਨ ਅਸੀਂ ਤਿਆਰ ਹਾਂ, ਅੱਗੋਂ ਕੋਈ ਸਾਡੇ ਨਾਲ ਗੱਲ ਨਹੀਂ ਕਰਕੇ ਰਾਜ਼ੀ, ਅਸੀਂ ਤੇ ਕਹਿਣ ਨੇ ਸਾਡਾ ਮਸਲਾ ਨਿਬੇੜੋ, ਸਾਡਾ ਕਦੇ ਜੀ ਕਰਦਾ ਇਹਨਾਂ ਦਾ ਰਾਹ ਰੋਕਣ ਨੂੰ। ਹੋ ਸਕਦਾ ਇੱਧਰ ਨੂੰ ਕੰਮ ਤੁਰ ਪਏ। ਨਹੀਂ, ਬਹੁਤ ਜ਼ਰੂਰੀ ਹੈ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੀ ਲੀਡਰਸ਼ਿਪ ਇੱਕ ਹੋਰ ਗੱਲ ਵੀ ਕਹਿੰਦੀ ਹੈ, ਉਹ ਕਹਿੰਦੀ ਇਹ ਕਿਸਾਨ ਨਹੀਂ ਹੈਗੇ, ਇਹ ਬਿਲਕੁਲ ਕਿਸਾਨ ਨਹੀਂ ਹੈਗੇ, ਨਾ ਕਿਸਾਨ ਜਥੇਬੰਦੀਆਂ ਨੇ ਇਦਾਂ ਦਾ ਹੋਕਾ ਦਿੱਤਾ ਕਿਸੇ ਨੂੰ ਘਰ 'ਚ ਤਾੜੋ। ਠੀਕ ਗੱਲ ਹੈ। ਉਹ ਕਹਿੰਦੇ ਇਹ ਤਾਂ ਕਿਸਾਨਾਂ ਦੇ ਰੂਪ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਬੰਦੇ ਆ, ਬਿਲਕੁਲ ਠੀਕ ਹੈ। ਪਰ ਇਹ ਵੀ ਤਾਂ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਚੱਲਦਾ, ਉਹ ਤੁਹਾਡੇ ਨਾਲ ਗੱਲ ਕਰਨ ਆਉਂਦੇ ਆ ਜਾਂ ਤੁਸੀਂ ਉਹਨਾਂ ਦੇ ਕੋਈ ਤਾਂ ਬੰਦੇ ਸੰਘਰਸ਼ ਕਰਦੇ ਹੋਣੇ ਜਿਹੜੇ ਪੰਜਾਬ 'ਚੋਂ ਟਰਾਲੀਆਂ ਜਾਂਦੀਆਂ, ਰਸਤ ਜਾਂਦੀ ਹੈ। ਆ ਹੁਣੇ ਇੱਕ ਜਾਗੋ ਮਾਰਚ ਨਿਕਲ ਕੇ ਹਟਿਆ, ਪਿਛਲੇ ਦਿਨਾਂ ਦੇ ਵਿੱਚ ਕਾਫਲੇ ਜਾਂਦੇ ਆ 2-2000 ਟਰੈਕਟਰ ਦੇ, ਕਦੀ ਅੰਮ੍ਰਿਤਸਰ ਤੋਂ, ਕਦੇ ਬਠਿੰਡੇ ਤੋਂ, ਕਦੇ ਮਾਨਸੇ ਤੋਂ, ਕਦੇ ਗੁਰਦਾਸਪੁਰ ਤੋਂ। ਉਹ ਬੰਦੇ ਸੰਘਰਸ਼ ਤਾਂ ਕਰਦੇ ਆ, ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਿਉਂ ਨਹੀਂ ਚੱਲਦੀ? ਜਾਣੀ ਜਦੋਂ ਤੱਕ ਕੋਈ ਬੰਦਾ ਇਦਾਂ ਆ ਕੇ ਐਤੂਤ ਕਰਦਾ, ਉਹ ਕਿਸਾਨਾਂ ਦੇ ਰੂਪ ਦੇ ਵਿੱਚ ਗੁੰਡੇ ਆ, ਤੇ ਜਿਹੜੇ ਕਿਸਾਨ ਸੰਘਰਸ਼ ਕਰਦੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੋਈ ਨਹੀਂ ਕਰਨੀ, ਫਿਰ ਗੱਲ ਕਿੱਧਰ ਨੂੰ ਜਾਊਗੀ? ਗੱਲ ਤਾਂ ਉਹੀ ਹੈ, ਪਰ ਚਲੋ ਹੁਣ ਵਿਚਾਰ ਲੈਣਗੇ ਮੇਰੇ ਖਿਆਲ ਨਾਲ ਸਾਰੇ ਕੁਝ ਨੂੰ। ਪਰ ਇੱਕ ਚੀਜ਼ ਸੀ, ਜਿੱਦਾਂ ਹੁਣ ਸੁਖਬੀਰ ਬਾਦਲ ਸਾਹਿਬ ਨੇ ਕਹਿਤਾ ਵੀ ਦੇਖਿਆ, ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਭਾਈ ਸਾਹਿਬ ਬੀਜੇਪੀ ਵਾਲੇ ਪਾਸਿਓਂ ਤਾਰ ਹਿਲਦੀ ਕੈਪਟਨ ਸਾਹਿਬ ਦੀ। ਹੁਣ ਇੱਧਰੋਂ ਸੁਖਬੀਰ ਬਾਦਲ ਸਾਹਿਬ ਨੇ ਕਿਹਾ, ਉੱਧਰੋਂ ਸੁਖਬੀਰ ਬਾਦਲ ਸਾਹਿਬ ਦੀ ਹੀ ਇੱਕ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਨਰੇਸ਼ ਗੁਜਰਾਲ ਸਾਹਿਬ, ਸਾਬਕਾ ਪ੍ਰਧਾਨ ਮੰਤਰੀ ਸਾਹਿਬ ਇੰਦਰ ਕੁਮਾਰ ਗੁਜਰਾਲ ਹੋਰਾਂ ਦੇ ਸਪੁੱਤਰ, ਉਹਨਾਂ ਨੇ ਜਿਹੜੀ ਉਹ ਗੱਲ ਕਹਿ ਦਿੱਤੀ ਕਿ ਵੀ 2017 'ਚ ਨਾ ਦੇਖੋ ਗੱਲ ਇਹ ਸੀ ਵੀ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਨਾ ਬੀਜੇਪੀ ਵਾਲਿਆਂ ਨੇ ਮਤਲਬ ਆਪਣੀ ਤੇ ਅਕਾਲੀ ਦਲ ਵਾਲਿਆਂ ਨੂੰ ਆਖਿਆ ਵੀ ਤੁਹਾਡੇ ਨਹੀਂ ਨੇ ਕੁਝ ਵੀ ਹੈਗਾ, ਕਾਂਗਰਸ ਪਾਰਟੀ ਟੱਕਰ ਦੇ ਸਕਦੀ, ਉਹਨਾਂ ਨੂੰ ਵੋਟਾਂ ਪਵਾ ਦਿਓ। ਉਹ ਹੁਣ ਗੱਲ ਰਾਘਵ ਚੱਡਾ ਹੋਰੀ ਭਗਵੰਤ ਮਾਨ ਹੋਰੀ ਚੁੱਕੀ ਫਿਰਦੇ, ਦੇਖਿਆ ਅਸੀਂ ਤੇ ਉਦੋਂ ਤਾਂ ਕਹਿਣ ਡਏ ਰਲੇ ਆ। ਆਹ ਦੇਖ ਲਓ ਹੁਣ ਇਹਨਾਂ ਦਾ ਆਪਣਾ ਬੰਦਾ ਕਹੀ ਜਾਂਦਾ ਵੀ ਇਹ ਰਲੇ। ਹੁਣ ਮੈਂ ਇਹ ਸੋਚਦਾ ਵੀ ਨਰੇਸ਼ ਗੁਜਰਾਲ ਸਾਹਿਬ ਨੇ ਕਹਿਤਾ ਵੀ ਆਹ ਕੰਮ ਹੋਇਆ, ਇੱਧਰੋਂ ਸੁਖਬੀਰ ਬਾਦਲ ਸਾਹਿਬ ਨੇ ਕਹਿਤਾ ਵੀ ਹਾਂਜੀ ਭਾਈ ਸਾਹਿਬ ਇਹ ਬੀਜੇਪੀ ਦੇ ਕੈਪਟਨ ਵਾਲੇ ਇੱਕ ਹੈ। ਹੁਣ ਜੇ ਇਦਾਂ ਹੀ ਕੰਮ ਚੱਲ ਪਿਆ ਤੇ ਇਹ ਨਾ ਹੋਵੇ ਵੀ ਮਤਲਬ ਬਣਿਆ ਬਣਾਇਆ ਮੁੱਦਾ ਹੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇ ਦੇਣ ਵੀ ਆਹ ਯਾਰ ਹੁਣ ਤੱਕ ਕਲੀਅਰ ਹੀ ਹੋ ਗਈ ਕਹਾਣੀ ਸਾਰੀ। ਸੰਧਾਲੀਆ ਸਾਹਿਬ, ਜਿਸ ਤਰੀਕੇ ਦੇ ਨਾਲ ਭਗਵੰਤ ਸਿੰਘ ਮਾਨ ਤੇ ਰਾਘਵ ਚੱਡਾ ਹੋਰਾਂ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਮੁੱਖ ਮੁੱਦਾ ਇਹ ਰੱਖਿਆ, ਉਹ ਕਹਿੰਦੇ 2017 'ਚ ਸਾਡੀ ਸਰਕਾਰ ਬਣਦੀ ਸੀ, ਅਸੀਂ ਹਰੇ ਨਹੀਂ। ਸਾਨੂੰ ਤਾਂ ਕਹਿੰਦੇ ਸਾਰੀਆਂ ਪਾਰਟੀਆਂ ਨੂੰ ਬੁਖਾਰ ਚੜ ਗਿਆ ਸੀ ਕਿ ਜੇ ਆਮ ਆਦਮੀ ਪਾਰਟੀ ਆ ਗਈ, ਜੇ ਦਿੱਲੀ ਵਾਂਗੂ ਕੰਮ ਸ਼ੁਰੂ ਕਰਦਾ, ਮੁੜ ਕੇ ਸਾਡਾ ਨੰਬਰ ਨਹੀਂ ਆਉਣਾ। ਹੁਣ ਤਾਂ 5 ਸਾਲ ਹੀ ਬਦਲ ਕੇ ਕਿਤੇ ਨਾ ਕਿਤੇ ਆ ਹੀ ਜਾਂਦੇ ਆ, ਵੱਧ ਤੋਂ ਵੱਧ 10 ਲੱਗ ਜਾਂਦੇ ਆ, ਕਦੇ ਅਕਾਲੀ ਦਲ ਤੇ ਕਦੇ ਕਾਂਗਰਸ, ਇਹੀ ਗੱਲ ਚੱਲਦੀ ਸੀ। ਹੁਣ ਉਹਨਾਂ ਨੇ ਬਿਲਕੁਲ ਇਹ ਇਲਜ਼ਾਮ ਪਹਿਲਾਂ ਕਦੇ ਨਹੀਂ ਸੀ ਇਸ ਤਰੀਕੇ ਦੇ ਨਾਲ ਲਾਇਆ। ਕਹਿੰਦੇ ਸੀਗੇ ਕਿ ਰਲੇ ਹੋਆ, ਲੋਕ ਨਹੀਂ ਯਕੀਨ ਜੁਗਨ ਕਰਦੇ, ਉਹ ਕੋਲ ਲੱਗਦਾ ਸਿਆਸੀ ਬਿਆਨ। ਪਰ ਹੁਣ ਜੇ ਦੇਖੋ ਤੁਸੀਂ ਕਿ ਜੇ ਗੁਜਰਾਲ ਸਾਹਿਬ, ਨਰੇਸ਼ ਗੁਜਰਾਲ ਹੋਰਾਂ ਨੇ ਇਹ ਬਿਆਨ ਦਿੱਤਾ ਹੈ, ਉਹਨਾਂ ਨੇ ਕੋਟ ਕੀਤਾ ਕਿ ਭਾਈ ਇੱਕ ਜਗ੍ਹਾ ਦੇ ਉੱਤੇ ਵੀਡੀਓ ਇੰਟਰਵਿਊ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਬੀਜੇਪੀ ਨੇ ਆਖੀ ਸੀ ਸਾਰੀ ਗੱਲ ਕਿ ਭਾਈ ਆਪਾਂ ਇੱਥੇ ਕਮਜ਼ੋਰ ਆ, ਕਾਂਗਰਸ ਪਾਰਟੀ ਨੂੰ ਵੋਟਾਂ ਵਾਟਾਂ ਪਵਾ ਦਈਏ, ਉਹ ਜਿੱਤ ਜਾਣਗੇ, ਆਮ ਆਦਮੀ ਪਾਰਟੀ ਹਰਾ ਲਓ। ਕਿੰਨਾ ਕੁ ਕਿਹਾ, ਕਿੱਦਾਂ ਕਿਹਾ, ਵੀਡੀਓ ਦੇ ਵਿੱਚੋਂ ਨਜ਼ਰ ਆਜੂ। ਪਰ ਇੱਕ ਗੱਲ ਤਾਂ ਕਲੀਅਰ ਹੋ ਗਈ ਨਾ, ਗੁਜਰਾਲ ਸਾਹਿਬ ਨੇ ਇੱਕੋ ਵਾਰੀ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਫਤਵਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਜਲੰਧਰੋਂ ਲੋਕ ਸਭਾ ਦੀ ਚੋਣ ਲੜੀ ਸੀ, ਉਦੋਂ ਵੈਸੇ ਉਹ ਅਕਾਲੀ ਦਲ ਦੇ ਵਿੱਚ ਸਿੱਧੇ ਹੁੰਦੇ ਵੀ ਨਹੀਂ ਸੀ, ਐਨ ਠਾਹ ਦੇ ਕੇ ਅਕਾਲੀ ਦਲ ਨੇ ਟਿਕਟ ਦਿੱਤੀ ਕਿ ਜਲੰਧਰ ਵਾਲੀ ਸੀਟ ਯਾਰ ਜਿੱਤ ਨਹੀਂ ਹੁੰਦੀ। ਮੋਹਰਿਓਂ ਕਾਂਗਰਸ ਪਾਰਟੀ ਨੇ ਪੱਤਾ ਖੇਲ ਦਿੱਤਾ, ਜਿੱਦਾਂ ਜੇਤਲੀ ਸਾਹਿਬ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਸੀ ਤੇ ਇਧਰਲੇ ਪਾਸੇ ਰਾਣਾ ਗੁਰਜੀਤ ਸਿੰਘ ਨੂੰ ਭੇਜਤਾ। ਰਾਣਾ ਗੁਰਜੀਤ ਸਿੰਘ ਤੇ ਨਰੇਸ਼ ਗੁਜਰਾਲ ਹੋਰਾਂ ਦਾ ਮੁਕਾਬਲਾ ਹੋਇਆ ਸੀ ਤੇ ਫਿਰ ਰਾਣਾ ਗੁਰਜੀਤ ਸਿੰਘ ਹੋਰੀ ਜਿੱਤ ਗਿਆ ਸੀ। ਤੇ ਉਹਦੇ ਤੋਂ ਬਾਅਦ ਅੱਜ ਤੱਕ ਕਦੇ ਗੁਜਰਾਲ ਸਾਹਿਬ ਨੇ ਇਲੈਕਸ਼ਨ ਨਹੀਂ ਲੜੀ। ਉਹਨਾਂ ਨੂੰ ਰਾਜ ਸਭਾ 'ਚ ਭੇਜ ਦਿੰਦੇ ਆ, ਜਿੱਦਾਂ ਭੂੰਦੜ ਸਾਹਿਬ ਨੂੰ ਭੇਜ ਦਿੰਦੇ, ਜਿੱਦਾਂ ਢੀਂਡਸਾ ਸਾਹਿਬ ਨੂੰ ਭੇਜ ਦਿੰਦੇ ਸੀ।
ਹੁਣ ਹੈਗੇ ਨੇ ਅਜੇ ਵੀ ਉਹ ਨਹੀਂ ਅਕਾਲੀ ਦਲ 'ਚ ਨਹੀਂ ਨਾ ਹੈਗੇ ਵੀ ਇਹ ਉਹ ਹੋਣ ਨਾ ਹੋਣ ਅਕਾਲੀ ਦਲ ਤੇ ਕਹਿੰਦੇ ਨਾ ਵੀ ਸਾਡੇ ਵਾਲੀ ਸੀਟ ਤੇ ਨੇ। ਹਾਂ ਹੁਣ ਸੰਧਾਲੀਆ ਸਾਹਿਬ ਉਹ ਸਾਰੀ ਪ੍ਰਕਿਰਿਆ 'ਚ ਕਿਤੇ ਗੁਜਰਾਲ ਸਾਹਿਬ ਤੋਂ ਉਹਨਾਂ ਨੇ ਕਿਹੜਾ ਹੁਣ ਇਲੈਕਸ਼ਨ ਲੜਨ ਜਾਣਾ, ਉਹ ਕਿਤੇ ਕਹਿਤਾ ਹੋਊਗਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਬੈਠੇ ਕਿ ਭਾਈ ਉਦੋਂ ਤਾਂ ਮਸਲਾ ਚੱਲਦਾ ਸੀ ਕਿਉਂਕਿ ਸਿਆਣੇ ਬੰਦੇ ਆ, ਕਹਿ ਹੋ ਗਿਆ। ਪਰ ਜੇ ਕਿਤੇ ਉਸ ਬਿਆਨ ਨੂੰ ਕੋਟ ਕਰ ਕਰਕੇ ਆਮ ਆਦਮੀ ਪਾਰਟੀ ਥਾਂ ਦੇ ਉੱਤੇ ਜਾਂਦੀ ਰਹੀ ਤੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਹ ਪਹੁੰਚ ਕਾਮਯਾਬ ਹੋ ਗਈ ਕਿ ਅਸੀਂ ਨਹੀਂ ਸੀ ਹਾਰਦੇ, ਇਹ ਸਾਡੇ ਤੋਂ ਡਰਦੇ ਨੇ, ਤਾਂ ਫਿਰ ਸਾਰੀਆਂ ਬਾਕੀ ਸਿਆਸੀ ਪਾਰਟੀਆਂ ਜਵਾਬ ਦੇਣੇ ਔਖੇ ਹੋ ਜਾਣਗੇ। ਨਹੀਂ ਇਹ ਗੱਲ ਮੈਨੂੰ ਲੱਗਦਾ ਵੀ ਹੋ ਵੀ ਜਾਣੀ ਆ, ਕਿਉਂਕਿ ਇਹ ਸਾਰੇ ਕੁਝ ਦੇ ਵਿੱਚ ਇੱਕ ਚੀਜ਼ ਨੋਟਿਸ ਕੀਤੀ ਹੋਣੀ ਆ ਵੀ ਭਗਵੰਤ ਮਾਨ ਹੋਣੀ ਜਦੋਂ ਆ ਪ੍ਰੈਸ ਕਾਨਫਰੰਸ ਕਰਕੇ ਕੱਲ੍ਹ ਵਾਲੀ ਮਤਲਬ ਇੱਕ ਦਿਨ ਪਿੱਛੇ ਚਲੇ ਜੀ ਆਪਾਂ, ਉਦੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਉਹਨਾਂ ਦੇ ਘਰੇ ਜਾ ਵੜਿਆ ਸੀ ਨੇ ਵੀ ਹਾਂ ਵੀ ਮੁਰਦਾਬਾਦ ਕਰ ਦਿਆਂਗੇ। ਹੁਣ ਮੈਂ ਸੋਚ ਰਿਹਾ ਸੀ ਕਿ ਵੀ ਯਾਰ ਇਸ ਤੋਂ ਪਹਿਲਾਂ ਜਿੰਨੀਆਂ ਵਾਰੀ ਚਰਚਾ ਚੱਲੀ ਨਾ, ਮਤਲਬ ਜੇ ਆਪਾਂ ਬਾਦਲ ਪਰਿਵਾਰ ਵਾਲੇ ਪਾਸਿਓਂ ਦੇਖੀਏ ਉਧਰੋਂ ਜਿੰਨੇ ਵੀ ਜੀ ਸੀ ਉਹਨਾਂ ਨੂੰ ਕਿਤੇ ਸਵਾਲ ਪੁੱਛ ਲੈਣਾ ਵੀ ਭਗਵੰਤ ਉਹ ਯਾਰ ਉਹਦੇ ਚੁਟਕਲੇ ਚਟਕਲੇ ਸੁਣਾਉਣ ਵਾਲਾ ਬੰਦਾ, ਉਹ ਕੋਈ ਲੀਡਰ ਕਾਹਦਾ ਯਾਰ, ਐਵੇਂ ਕੋਈ ਹੋਰ ਗੱਲ ਕਰੋ। ਹੁਣ ਦੇਖੋ ਵੀ ਜੇ 5 ਸਾਲਾਂ ਦੇ ਵਿੱਚ ਉਹਨਾਂ ਨੂੰ ਵੀ ਲੱਗਣ ਲੱਗ ਪਿਆ ਵੀ ਯਾਰ ਉਹ ਵੀ ਕੋਈ ਲੀਡਰ ਹੈਗਾ ਜਿਹਦੇ ਘਰ ਅੱਗੇ ਜਾ ਕੇ ਆਪਾਂ ਨੂੰ ਮੁਰਦਾਬਾਦ ਕਰਨ ਦੀ ਲੋੜ ਆ, ਤੇ ਫਿਰ ਪ੍ਰਾਪਤੀ ਤਾਂ ਅਗਲਿਆਂ ਦੀ ਹੈਗੀ ਆ ਕਿ ਨਹੀਂ ਪ੍ਰਾਪਤੀ ਦੇਖੋ ਆਮ ਆਦਮੀ ਪਾਰਟੀ ਦੇ ਲਈ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਆ ਕਿ ਹਰ ਸਿਆਸੀ ਧਿਰ ਜੇ ਕੈਪਟਨ ਸਾਹਿਬ ਕੋ ਪ੍ਰੈਸ ਕਾਨਫਰੰਸ ਕਰਦੇ ਆ ਜਾਂ ਬਿਆਨ ਦਿੰਦੇ ਤਾਂ ਕੇਜਰੀਵਾਲ ਦੇ ਖਿਲਾਫ। ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇੱਕ ਵੀਡੀਓ ਭਗਵੰਤ ਮਾਨ ਹੋਰਾਂ ਨੇ ਪਾਈ ਹੋ ਸੀ ਜਿਹਦੇ ਵਿੱਚ ਉਹ ਕਹਿੰਦੇ ਆ ਦੇਖੋ ਜੀ 1 ਮਿੰਟ ਦੇ ਵਿੱਚ 5-7 ਵਾਰੀ ਕੇਜਰੀਵਾਲ ਸਾਹਿਬ ਦਾ ਨਾਮ ਲੈ ਲਿਆ। ਹੁਣ ਜੇ ਭਗਵੰਤ ਮਾਨ ਹੋਰਾਂ ਦਾ ਘਰ ਦਾ ਘਰਾਓ ਕਰਨਾ ਪੈਂਦਾ, ਕਾਮਰੇਡਾਂ ਦੀਆਂ ਕਿੰਨੀਆਂ ਪਾਰਟੀਆਂ ਪੰਜਾਬ 'ਚ, ਕਿਸੇ ਵੱਡੀ ਪਾਰਟੀ ਨੇ ਕਦੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ, ਕਦੇ ਉਹਨਾਂ ਦੇ ਘਰ ਦਾ ਘਰਾਓ ਨਹੀਂ ਕੀਤਾ, ਕਦੇ ਉਹਨਾਂ ਦਾ ਨੋਟਿਸ ਨਹੀਂ ਲਿਆ। ਇਸੇ ਤਰੀਕੇ ਹੋਰ ਕਈ ਧਿਰਾਂ ਨੇ ਜਿਹੜੀਆਂ ਛੋਟੀਆਂ ਨੇ, ਪਤਾ ਹੈ ਕਿ ਭਾਈ ਉਹ ਸਿਆਸੀ ਤੌਰ ਤੇ ਅਸਰ ਨਹੀਂ ਪਾਉਣਗੀਆਂ, ਕਦੇ ਉਧਰ ਨਹੀਂ ਜਾਂਦੇ। ਜੇ ਹੁਣ ਕੇਜਰੀਵਾਲ ਦਾ ਜ਼ਿਕਰ ਹੋ ਰਿਹਾ, ਦਿੱਲੀ ਦਾ ਜ਼ਿਕਰ ਹੋ ਰਿਹਾ, ਦਿੱਲੀ ਦੇ ਇੱਕ ਦਾਇਰ ਕੀਤੇ ਕੇਸ ਦਾ ਜ਼ਿਕਰ ਹੋ ਰਿਹਾ, ਭਗਵੰਤ ਮਾਨ ਦੇ ਘਰ ਦਾ ਘਰਾਓ ਹੋ ਰਿਹਾ, ਇਹਦਾ ਮਤਲਬ ਕਿ ਉਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਗਈ ਉਹਨਾਂ ਨੂੰ ਕੁਛ ਨਹੀਂ ਆ, 10 ਵੀ ਨਹੀਂ ਜਿੱਤਣੇ, 20 ਵੀ ਨਹੀਂ ਜਿੱਤਣੇ, ਸਾਰੇ ਹੀ ਖਿਲਰ ਜਾਣੇ ਆ। ਅਸਲ ਦੇ ਵਿੱਚ ਅੰਦਰੋਂ ਉਹ ਗੱਲ ਨਹੀਂ, ਅੰਦਰੋਂ ਵੱਡੀਆਂ ਪਾਰਟੀਆਂ ਹਿੱਲੀਆਂ ਤਾਂ ਪਈਆਂ ਕਿ ਕਾਈ ਕਿਤੇ ਦੁਬਾਰਾ ਜ਼ੋਰ ਨਾ ਫੜ ਜਾਣ। ਨਹੀਂ ਉਹ ਤਾਂ ਹੈ। ਨਾਲ ਹੀ ਉਸੇ ਪ੍ਰੈਸ ਕਾਨਫਰੰਸ ਤੇ ਫਿਰ ਆ ਜੀ ਰਾਘਵ ਚੱਡਾ ਸਾਹਿਬ ਭਗਵੰਤ ਮਾਨ ਹੋਰੀ ਬੈਠੇ ਆ, ਉਹ ਕਹਿੰਦੇ ਵੀ ਇੱਕ ਬਾਤ तो ये हो गई भी ये बंदे रले हुए हैं भाई, दूजी बात हमने और करनी है, ਉਹ ਕਹਿੰਦੇ ਕਰੋ। ਕਹਿੰਦੇ ਦੂਜੀ ਬਾਤ ਥੋੜੀ ਜਿਹੀ ਇਦਾਂ ਹੈ ਕਿ ਮਹਾਰਾਜ ਜੀ ਇਹ ਮਾਹੌਲ ਚਾਲ ਜਿਹੜਾ ਇਸ ਵਕਤ ਬਣਿਆ ਨਾ, ਇਹ ਸਾਰੇ ਕੁਝ ਦੇ ਵਿੱਚ ਜੋ ਕੁਝ ਵੀ ਇਸ ਵਕਤ ਸਾਰਾ ਕੁਝ ਚੱਲ ਰਿਹਾ ਇਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਹੁਤ ਵੱਡੇ ਬਹੁਮਤ ਦੇ ਨਾਲ ਜਿੱਤ ਰਹੀ ਹੈ, ਪਰ ਮੁਸ਼ਕਿਲ ਇਹਦੇ ਵਿੱਚ ਇਹ ਹੈ ਵੀ ਇਹ ਬੀਜੇਪੀ ਫਿਰ ਤੋਂ ਸਾਨੂੰ ਹਰਾਉਣਾ ਚਾਹੁੰਦੀ ਹੈ। ਪਰ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਜੇ ਬੀਜੇਪੀ ਮੰਨ ਲਓ ਇਹਨਾਂ ਨੂੰ ਹਰਾਉਣਾ ਚਾਹੁੰਦੀ ਹੈ, ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਸਾਨੂੰ ਹਰਾ ਦੇਣਾ ਜੀ ਇਹਨਾਂ ਨੇ, ਫਿਰ ਇਹ ਲੜਾਈ ਦਿੱਲੀ ਜਾ ਕੇ ਕਿਉਂ ਨਹੀਂ ਲੜਦੇ ਇੱਥੇ ਆ ਕੇ ਕਿਉਂ ਲੜਦੇ ਆ ਬੀਜੇਪੀ ਵਾਲੇ? ਉਹ ਯਾਰ ਆਪ ਵਾਲੇ ਜਿਹੜੇ ਵਿਚਾਰੇ ਪ੍ਰੈਸ ਕਾਨਫਰੰਸਾਂ ਕਰਨ ਦੇ ਉਹਨਾਂ ਦਾ ਨਾਂ ਨਹੀਂ ਲਓਗੇ ਤੁਸੀਂ? ਮੈਂ ਲੱਗਾ ਦੱਸਣ। ਉਹ ਅਸਲ ਦੇ ਵਿੱਚ ਰੌਲਾ ਕੀ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਗੱਲ ਦੇਖ ਲਈ ਹੈ ਕਿ ਜਿਨ੍ਹਾਂ ਵੀ ਬੰਦਿਆਂ ਦੇ ਨਾਲ ਮਾੜੇ ਮੋਟੇ ਅਸਾਰ ਸੀਗੇ ਕਿ ਭਾਈ ਸ਼ਾਇਦ ਗੱਠਜੋੜ ਹੋ ਜਾਊਗਾ, ਉੱਪਰਲੇ ਪਾਸੇ ਨੂੰ ਕੰਮ ਚੱਲੇ ਜਾਊਗਾ, ਉਹ ਬੰਦੇ ਇੱਕ ਪਾਸੇ ਕੋਈ ਕਿਸੇ ਪਾਸੇ ਨੂੰ ਖਿਸਕੀ ਜਾਂਦਾ ਜਾਂ ਖਿਸਕਾਈ ਜਾਂਦੇ ਆ। ਇਲੈਕਸ਼ਨ ਇਹਨਾਂ ਨੂੰ ਕੱਲਿਆਂ ਨੂੰ ਹੀ ਤਕਰੀਬਨ ਲੜਨੀ ਪੈਣੀ ਕਿਉਂਕਿ ਅਕਾਲੀ ਦਲ ਸੰਯੁਕਤ ਵਾਲੇ ਜਿਹੜੇ ਆ ਉਹ ਵੱਡੇ ਹੋ ਸਕਦੇ ਸੀ, ਪਰ ਵੱਡੇ ਕਿਹਦੇ ਸਿਰ ਤੇ ਹੋਣਾ ਸੀ? ਉਹ ਨਾਮ ਲੈਂਦੇ ਹੁੰਦੇ ਸੀ ਸੁਖਪਾਲ ਸਿੰਘ ਖਹਿਰਾ ਜੀ, ਬਾਕੀ ਆ ਵੀ ਬੰਦੇ ਜੀ, ਆ ਵੀ ਬੰਦੇ ਜੀ। ਹੁਣ ਉਹ ਹੌਲੀ ਹੌਲੀ ਚਲੇ ਗਏ। ਮਤਲਬ ਉਹਨਾਂ ਦੀ ਬੱਸ ਦਾ ਤੇ ਉਹ ਹਾਲ ਹੈ ਨਾ ਵੀ ਕੱਲੀ ਸਵਾਰੀ ਚੁੱਕਣੀ ਹੈ, ਬਾਅਦ ਚ ਪਤਾ ਲੱਗਾ ਵੀ ਇੱਧਰ ਕੀ ਗੱਲ, ਨਹੀਂ ਯਾਰ ਉਹ ਦੂਜੀ ਬੱਸ ਪਹਿਲਾਂ ਲੰਘ ਗਈ ਨਾ, ਉਹ ਲੈ ਗਈ ਸਵਾਰੀਆਂ ਸਾਰੀਆਂ। ਤੇ ਨਾਲ ਜਦੋਂ ਉੱਥੇ ਕਹਿੰਦੇ ਚਲੋ ਚਾਹ ਪੀ ਲਈ, ਜਦੋਂ ਚਾਹ ਪੀ ਕੇ ਆਉਂਦੇ ਕਹਿੰਦੇ ਯਾਰ ਸਟਿੱਪਣੀ ਵੀ ਲਾ ਕੇ ਲੈ ਗਿਆ ਕੋਈ। ਇਦਾਂ ਦੀਆਂ ਕਈ ਗੱਲਾਂ ਹੋਈ ਜਾਂਦੀਆਂ। ਹੁਣ ਆਮ ਆਦਮੀ ਪਾਰਟੀ ਨੂੰ ਇੱਕੋ ਗੱਲ ਦਾ ਖਤਰਾ, ਬਾਕੀ ਤਾਂ ਉਹਨੇ ਖਤਰੇ ਦੂਰ ਕਰ ਲਏ। ਪਿਛਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਐਲਾਨਿਆ, ਐਤਕੀ ਕਹਿੰਦੇ ਐਲਾਨ ਦਿਆਂਗੇ। ਪਿਛਲੀ ਵਾਰੀ ਇਹ ਵੀ ਰੌਲਾ ਪੈਂਦਾ ਸੀ ਜੀ ਗੈਰ ਪੰਜਾਬੀ ਲੈਣਾ, ਉਹ ਕਹਿੰਦੇ ਕੋਈ ਗੱਲ ਨਹੀਂ ਸਿੱਖ ਭਾਈਚਾਰੇ ਚੋਂ ਹੀ ਮੁੱਖ ਮੰਤਰੀ ਬਣਾਵਾਂਗੇ, ਘਬਰਾਉਣ ਦੀ ਗੱਲ ਨਹੀਂ। ਪਿਛਲੀ ਵਾਰੀ ਇਸ ਗੱਲ ਤੋਂ ਵੀ ਲੇਟ ਹੋ ਗਏ ਸੀ ਕਿ 60 ਸਫ਼ਿਆਂ ਦਾ ਮੈਨੀਫੈਸਟੋ ਛਾਪ ਕੇ ਦੇਤਾ, ਪੰਜਾਬ ਵਾਲੇ ਤਾਂ ਕਿਤਾਬ ਘੱਟ ਹੀ ਪੜ੍ਹਦੇ ਆ। ਐਤਕੀ ਕੱਲੀ ਚੀਜ਼ ਬੋਲ ਕੇ ਦੱਸਦੇ ਆ ਕਿ 300 ਯੂਨਿਟ ਦਾ ਮਤਲਬ 300 ਯੂਨਿਟ, 250 ਦਾ ਮਤਲਬ 250 ਯੂਨਿਟ। ਇਹ ਮੈਨੂੰ ਲੱਗਦਾ 300 ਯੂਨਿਟ ਵਾਲਾ ਨਾ ਕਿਤੋਂ ਪੱਤਰੀ ਖਲਾਈ ਲੱਗਦੀ ਇਹਨਾਂ ਨੂੰ। ਉੱਤਰਾਖੰਡ 'ਚ ਵੀ ਗਏ ਕੱਲ ਪਰਸੋਂ ਕੇਜਰੀਵਾਲ ਸਾਹਿਬ, ਉੱਥੇ ਵੀ 300 ਯੂਨਿਟ ਹੀ ਕਹਿਤੇ ਆ। ਨਹੀਂ ਉੱਥੇ ਤਾਂ ਵੱਖਰੀ ਗੱਲ ਕਹਿ ਕੇ ਆਏ ਨਾ, ਉਹ ਕਹਿੰਦੇ ਜੀ ਦੇਖੋ ਤੁਸੀਂ ਤਾਂ ਬਣਾਉਨੇ ਹੋ, ਤੁਸੀਂ ਬਾਕੀਆਂ ਨੂੰ ਵੇਚਦੇ ਹੋ, ਤੇ ਜਿਹੜੇ ਵੇਚਦੇ ਆ ਜਿਹੜੇ ਬਣਾਉਂਦੇ ਆ ਬਾਕੀ ਸੂਬਿਆਂ ਦੀ ਬਿਜਲੀ ਦੀ ਮੰਗ ਪੂਰੀ ਕਰਦੇ ਆ, ਤੁਹਾਨੂੰ ਬਿੱਲ ਕਿਉਂ ਬਈ? ਤੁਹਾਡਾ 300 ਯੂਨਿਟ ਮਾਫ। ਵੈਸੇ ਉੱਥੇ ਕਿਉਂਕਿ ਉੱਤਰਾਖੰਡ ਦੇ ਵਿੱਚ ਇੰਨੀ ਗਰਮੀ ਨਹੀਂ ਹੁੰਦੀ ਜਿੰਨੀ ਪੰਜਾਬ 'ਚ ਹੁੰਦੀ ਹੈ। ਉੱਤਰਾਖੰਡ ਪਹਾੜੀ ਇਲਾਕਾ, ਉੱਥੇ ਲੋਕ ਬਿਜਲੀ ਦੇ ਉਪਕਰਨ ਉਨੇ ਨਹੀਂ ਵਰਤਦੇ ਜਿੰਨੇ ਆਪਣੇ ਵਰਤਦੇ ਆ। ਉੱਥੇ ਖੇਤੀਬਾੜੀ ਵੀ ਉਨੀ ਨਹੀਂ ਹੁੰਦੀ ਜਿੰਨੇ ਆਪਣੀ ਹੁੰਦੀ ਹੈ। ਇਸ ਕਰਕੇ ਉਹਨਾਂ ਦੇ ਲਈ 300 ਯੂਨਿਟ ਬਹੁਤ ਆ। ਜਿਸ ਤਰੀਕੇ ਦੇ ਨਾਲ ਉੱਤਰੀ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ ਹੈ ਕਿ ਦਿੱਲੀੋਂ ਬਾਅਦ ਪੰਜਾਬ ਤੋਂ ਬਾਅਦ ਯੂਪੀ 'ਚ ਵੀ ਯੋਗੀ ਆਦਿੱਤਿਆਨਾਥ ਨੂੰ ਚੁਣੌਤੀ, ਫਿਰ ਉੱਤਰਾਖੰਡ 'ਚ ਪੈਰ ਲਾਉਣ ਦੀ ਇੱਕ ਵਾਰੀ ਫਿਰ ਕੋਸ਼ਿਸ਼ ਕਰ ਰਿਹਾ। ਨਹੀਂ ਪੂਰੀ ਹੁਣ ਇਹਦੇ 'ਚ ਆਪਾਂ ਆ ਜਾਈਏ ਸਿੱਧੂ ਸਾਹਿਬ ਵਾਲੇ ਪਾਸੇ।
ਹੁਣ ਭਗਵੰਤ ਮਾਨ ਹੋਰਾਂ ਦੀ ਕੱਲ੍ਹ ਵਾਲੀ ਪ੍ਰੈਸ ਕਾਨਫਰੰਸ, ਉਹ ਪਿਛਲੀ ਪ੍ਰੈਸ ਕਾਨਫਰੰਸ ਤੇ ਚਲੀ ਗਈ, ਜਿਹਦੇ 'ਚ ਕਾਗਜ਼ ਫੜ ਕੇ ਨਾ ਉਹਨਾਂ ਨੇ ਕਿਹਾ ਸੀ ਵੀ ਮੈਂ ਚਾਹੁੰਦਾ ਸਿੱਧੂ ਸਾਹਿਬ ਇੱਥੇ ਟਵੀਟ ਕਰਨ, ਟਵੀਟ ਕਰਦੇ ਹੁੰਦੇ ਨੇ ਸਿੱਧੂ ਸਾਹਿਬ, ਇਹਦਾ ਜਵਾਬ ਦਿਓ ਹੁਣ ਵੀ ਬਿਜਲੀ ਵਾਲੇ ਚੱਕਰ ਦੇ ਵਿੱਚ ਹੋਇਆ ਕੀ। ਹੁਣ ਉਹ ਸਿੱਧੂ ਸਾਹਿਬ ਨੇ ਜਿਹੜਾ ਟਵੀਟ ਕੀਤਾ ਉਹਦੇ ਮਾਇਨੇ ਲੋਕ ਕਈ ਕੱਢੀ ਜਾਂਦੇ ਨੇ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਕਹਿੰਦੇ ਵੀ ਆਹ ਦੇਖਿਆ ਮੇਰਾ ਜਿਹੜਾ ਪੰਜਾਬ ਮਾਡਲ ਹੈ, ਮੈਂ ਜਿਹੜੀ ਗੱਲ ਕਰਦਾ ਪੰਜਾਬ ਦੀ ਕਰਦਾ, ਮੈਂ ਮੁੱਦਿਆਂ ਦੀ ਕਰਦਾ, ਬੇਅਦਬੀ ਦੀ ਕੀਤੀ, ਨਸ਼ੇ ਦੀ ਕੀਤੀ, ਬਿਜਲੀ ਦੀ ਕੀਤੀ, ਹੋਰ ਕਿਸ ਨੇ ਤਾਰੀਫ ਤੇ ਕਰਨੀ ਕੀ ਆ, ਵਿਰੋਧੀ ਕਰੀ ਜਾਂਦੇ ਮੇਰੀ ਤਾਰੀਫ। ਆਹ ਸੁਣੋ ਕਹਿੰਦੇ ਹੁਣ 2017 ਵਾਲੀ ਵੀਡੀਓ ਪਹਿਲਾਂ ਸੰਜੇ ਸਿੰਘ ਦੀ ਲਾਤੀ ਜਿਹਦੇ 'ਚ ਸੰਜੇ ਸਿੰਘ ਤਾਰੀਫ ਕਰੀ ਜਾਂਦੇ, ਭਗਵੰਤ ਮਾਨ ਤਾਰੀਫ ਕਰੀ ਜਾਂਦੇ ਨੇ। ਉਹ ਕਹਿੰਦੇ ਮੈਂ ਤੇ ਕਦੀ ਵੱਡਾ ਹੋ ਹੀ ਨਹੀਂ ਸਕਦਾ, ਮੇਰੇ ਤੇ ਰੋਲ ਮਾਡਲ ਰਹੇ ਨੇ, ਉਹ ਜੱਜ ਰਹੇ ਨੇ ਮੇਰੇ ਉਹ ਲਾਫਟਰ ਚੈਲੰਜ ਦੇ ਵਿੱਚ। ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਜੇ ਉਹ ਆ ਜਾਣ ਸਾਡੇ ਵਿੱਚ ਤੇ ਸਾਨੂੰ ਕੀ ਇਤਰਾਜ਼ ਹੈ। ਹੁਣ ਹੋ ਸਕਦਾ ਮੈਂ ਉਹ ਵੀਡੀਓ ਵੇਖ ਕੇ ਅੰਦਾਜ਼ਾ ਲਾਉਂਦਾ ਸੀ ਵੀ ਭਗਵੰਤ ਮਾਨ ਸਾਹਿਬ ਨੂੰ ਖੁਦ ਨੂੰ ਚੇਤਾ ਨਹੀਂ ਹੋਣਾ, ਉਹ ਵੇਖ ਕੇ ਆਹ ਪਤਾ ਨਹੀਂ ਯਾਰ ਮੈਂ ਕਿਹੜੇ ਵੇੜੇ ਬੋਲ ਹਟਿਆ। ਇਹ ਵੀ ਹੈਗੀ ਸੀ ਵੀਡੀਓ ਇਹਨਾਂ ਕੋਲ। ਸੰਧਾਲੀਆ ਸਭ ਗੱਲ ਪਤਾ ਕੀ ਹੈ, ਹੁਣ ਜਿੱਦਣ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਭਾਈ ਕਰੋ ਟਵੀਟ, ਕਾਂਗਰਸ ਪਾਰਟੀ ਨੇ ਫੰਡ ਲਿਆ, ਉਸ ਕੰਪਨੀ ਤੋਂ ਲਿਆ ਜਿਹੜੀਆਂ ਕੰਪਨੀਆਂ ਦੇ ਪ੍ਰਾਈਵੇਟ ਥਰਮਲ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਮਹਿੰਗੀ ਬਿਜਲੀ ਹੈ, ਤੇ ਜਿਹੜੇ ਬਿਜਲੀ ਦੇ ਮੁੱਦੇ ਤੇ ਰੋਜ਼ ਟਵੀਟ ਕਰਦੇ ਆ ਸਿੱਧੂ ਸਾਹਿਬ, ਇੱਕ ਟਵੀਟ ਤਾਂ ਬਣਦਾ, ਚਾਹੇ ਥੋੜਾ ਕਰ ਦਿਓ, ਛੋਟਾ ਕਰ ਦਿਓ, ਦੇਖਦੇ ਹੁਣ ਕਰਦੇ, ਪਰ ਸਿੱਧਾ ਰਾਹੁਲ ਗਾਂਧੀ ਦੇ ਘਰ ਤੱਕ ਜਾਣਾ, ਨਾਲ ਉਹਨੇ ਚੇਤਾਵਨੀ ਦੇ ਦਿੱਤੀ ਸੀ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਫਸ ਗਿਆ ਹੀ ਬਈ, ਕੀ ਕਹੂਗਾ, ਚੁੱਪ ਰਹੂਗਾ ਤਾਂ ਫਿਰ ਔਖਾ ਹੋ ਜਾਊਗਾ, ਫਿਰ ਹਨੇਰਾ ਜ਼ਰੂਗਾ, ਕਿਵੇਂ ਲੋਕ ਜਰਨਗੇ, ਕਿਵੇਂ ਅੱਗੇ ਪਾਸੇ ਗੱਲ ਚਲੇਗੀ। ਪਰ ਨਵਜੋਤ ਸਿੰਘ ਸਿੱਧੂ ਮੈਨੂੰ ਲੱਗਦਾ ਕਿ ਸਾਲ ਡੇਢ ਸਾਲ ਜਿਹੜਾ ਅਗਿਆਤਵਾਸ 'ਚ ਰਹੇ ਆ, ਸਿਹਤ ਕਾਰਨ ਸੀ ਜਾਂ ਜੋ ਵੀ ਸੀ, ਥੋੜ੍ਹਾ ਜਿਹਾ ਠਰਮਾ ਤਾਂ ਆਇਆ ਲੱਗਦਾ। ਹੁਣ ਉਸ ਵੇਲੇ ਉਹ ਹੋ ਸਕਦਾ ਕਿ ਇਹ ਕਹਿ ਦਿੰਦੇ ਕਿ ਲਓ ਮੈਂ ਵਿਰੋਧ ਕਰਦਾ, ਬਿਲਕੁਲ ਨਹੀਂ ਲੈਣੇ ਚਾਹੀਦੇ ਹੁਣ ਤੋਂ ਪੈਸੇ, ਹਾਈ ਕਮਾਂਡ ਗੁੱਸੇ ਹੋ ਜਾਂਦੀ, ਜਾਂ ਇਹ ਕਹਿ ਦਿੰਦੇ ਇਹ ਕਿਹੜੀ ਗੱਲ ਆ, ਜਾਂ ਚੁੱਪ ਰਹਿ ਲੈਂਦੇ। ਉਹਨਾਂ ਨੇ ਬਹੁਤ ਢੰਗ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਜਿਹੜੀ ਆਪਣੀ ਲਾਇਬ੍ਰੇਰੀ ਬਣਾਈ ਹੈ, ਵੀਡੀਓ ਲਾਇਬ੍ਰੇਰੀ, ਕਿ ਭਾਈ ਮੈਂ ਜਾਂ ਮੇਰੇ ਬਾਰੇ ਜਿਹਨੇ ਵੀ ਕੁਝ ਕਿਹਾ ਚਿਣ ਕੇ ਰੱਖ ਲਓ ਇੱਥੇ, ਤਾਂ ਉੱਪਰਲੇ ਪਾਸੇ ਚੇਪੀ ਲਾ ਕੇ ਪਤਾ ਲੱਗੇ, ਲੱਭਣ 'ਚ ਮੁਸ਼ਕਲ ਨਾ ਆਵੇ। ਉਹਨਾਂ ਨੇ ਇੱਕ ਗੱਲ ਕਲੀਅਰ ਕੀਤੀ, ਆਮ ਆਦਮੀ ਪਾਰਟੀ ਦੇ ਪ੍ਰਤੀ ਪਹਿਲੀ ਗੱਲ ਹੈ ਕਿ ਸੁਰ ਨਰਮ ਰੱਖੀ, ਦੂਸਰਾ ਸਾਰਿਆਂ ਨੂੰ ਦਚਿੱਤੀ 'ਚ ਪਾਤਾ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਆਮ ਆਦਮੀ ਪਾਰਟੀ ਦੇ ਪ੍ਰਤੀ ਨਰਮੀ ਦਾ ਸੰਕੇਤ ਹੈ, ਜਾਂ ਆਪਣੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਦਿੱਤਾ ਗਿਆ ਸੰਕੇਤ ਹੈ ਕਿ ਭਾਈ ਛੇਤੀ ਕਰ ਲੋ, ਲੇਟ ਹੋਈ ਜਾਂਦੇ ਹੋ। ਮੇਰੇ ਨਾਲ 2 ਵਾਰੀ ਮੁਲਾਕਾਤ ਕੀਤੀ ਨੂੰ ਵੀ 10 ਦਿਨ ਹੋ ਗਏ ਆ, ਮੁੜ ਕੇ ਥੋ ਪਤਾ ਤੁਸੀਂ ਕੋਈ ਦਿੱਤਾ ਨਹੀਂ ਕਿ ਕਰਨਾ ਕੀ ਹੈ। ਹੁਣ ਟਵੀਟ ਦੇ ਵਿੱਚ 2 ਵੀਡੀਓ ਨੂੰ ਇੱਕ ਬਣਾ ਕੇ ਪੇਸ਼ ਕੀਤਾ ਤੇ ਨਾਲ ਲਿਖ ਦਿੱਤਾ, ਕਹਿੰਦੇ ਜੀ ਦੇਖੋ ਪਹਿਲੀ ਗੱਲ ਇਹ ਆ ਕਿ ਬੇਅਦਬੀ ਦਾ ਮੁੱਦਾ, ਰੇਤ ਬੱਜਰੀ ਦਾ ਮੁੱਦਾ, ਭ੍ਰਿਸ਼ਟਾਚਾਰ ਦਾ ਮੁੱਦਾ, ਇਹ ਸਾਰੇ ਮੁੱਦੇ ਮੈਂ 2017 ਦੀ ਚੋਣ ਤੋਂ ਪਹਿਲਾਂ ਚੱਕਦਾ ਸੀ, ਹੁਣ ਵੀ ਚੱਕਦਾ। ਮੈਂ ਪਹਿਲਾਂ ਵੀ ਪੰਜਾਬ ਦੇ ਮਾਡਲ ਦੀ ਗੱਲ ਕਰਦਾ ਸੀ, ਹੁਣ ਵੀ ਕਰਦਾ। ਤੇ ਕੱਲਾ ਮੈਂ ਨਹੀਂ, ਪੰਜਾਬ ਦੀ ਅਫੀਸ਼ੀਅਲ ਵਿਰੋਧੀ ਧਿਰ ਜਿਹੜੀ ਹੈ ਉਹ ਵੀ ਇਹ ਗੱਲ ਮੰਨਦੀ ਆ ਕਿ ਭਾਈ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ। ਹੁਣ ਜੇ ਤਾਂ ਨਵਜੋਤ ਸਿੰਘ ਸਿੱਧੂ ਨੇ ਸਟੈਂਡ ਬਦਲ ਲਿਆ, ਫਿਰ ਤਾਂ ਭਲਕ ਨੂੰ ਕੋਈ ਬੰਦਾ ਕਹੂਗਾ ਯਾਰ ਨਹੀਂ ਉਦੋਂ ਸਿੱਧੂ ਠੀਕ ਸੀ, ਹੁਣ ਗਲਤ ਹੈ। ਗੱਲਾਂ ਤਾਂ ਉਹੀ ਕਰਦਾ। ਹੁਣ ਤੁਸੀਂ ਦੇਖੋ ਕਿ ਸੰਜੇ ਸਿੰਘ ਨੇ ਉਹ ਬਿਆਨ ਕਦੋਂ ਦਿੱਤਾ ਸੀ, ਉਦੋਂ ਨਵਜੋਤ ਸਿੰਘ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ ਸੀ, ਚੁਣਿਆ ਨਹੀਂ ਸੀ, ਨੋਮੀਨੇਟ ਕੀਤਾ ਸੀ। ਜਿਹੜੇ ਥੋੜੇ ਜਿਹੇ ਮੈਂਬਰ ਰਾਸ਼ਟਰਪਤੀ ਨੇ ਨੋਮੀਨੇਟ ਕਰਨੇ ਹੁੰਦੇ ਆ, ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਤੇ ਸਿੱਧੂ ਨੇ ਅਸਤੀਫਾ ਦਿੱਤਾ ਸੀ ਕਿ ਨਹੀਂ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਹੈ, ਜੇ ਮੈਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ, ਜੇ ਮੈਂ ਪੰਜਾਬ 'ਚ ਸਰਗਰਮ ਨਹੀਂ ਹੋ ਸਕਦਾ ਤਾਂ ਮੈਂ ਰਾਜ ਸਭਾ ਦੀ ਮੈਂਬਰੀ ਛੱਡੀ। ਉਦੋਂ ਸੰਜੇ ਸਿੰਘ ਬੋਲੇ ਸੀ, ਕਹਿੰਦੇ ਜੇ ਨਵਜੋਤ ਸਿੰਘ ਸਿੱਧੂ ਵਰਗਾ ਇਮਾਨਦਾਰ ਬੰਦਾ ਆਮ ਆਦਮੀ ਪਾਰਟੀ ਚਾਹੁੰਦਾ ਤਾਂ ਮੈਂ ਪਹਿਲਾ ਬੰਦਾ ਹੋਊਂਗਾ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰੂੰ। ਉਹ ਕਹਿੰਦੇ ਕੱਟ। ਦੂਜੇ ਪਾਸੇ ਭਗਵੰਤ ਮਾਨ ਸਾਹਿਬ, ਮੈਨੂੰ ਉਦੋਂ ਦਾ ਚੇਤਾ, ਭਗਵੰਤ ਸਾਹਿਬ ਕਹਿੰਦੇ ਜਦੋਂ ਸ਼੍ਰੀਕਾਂਤ ਹੋਰਾਂ ਦੇ ਨਾਲ ਓਪਨਿੰਗ ਬੈਟਸਮੈਨ ਦੇ ਤੌਰ ਦੇ ਉੱਤੇ ਆਉਂਦੇ ਸੀ, ਮੈਨੂੰ ਤਾਂ ਉਦੋਂ ਦਾ ਚੇਤਾ ਜਦੋਂ ਮੈਂ ਪਾਰਟਿਸਪੈਂਟ ਸੀ ਤਾਂ ਇਹ ਜੱਜ ਸਨ। ਮੈਂ ਕਹਿੰਦਾ ਕਿ ਉਸ ਬੰਦੇ ਦੇ ਵਿੱਚ ਕੋਈ ਗਲਤੀ ਨਹੀਂ, ਉਸ ਬੰਦੇ ਤੇ ਕੋਈ ਦੋਸ਼ ਲੱਗਦਾ, ਪੰਜਾਬ ਦਾ ਭਲਾ ਸੋਚਦਾ, ਰੋਲ ਮਾਡਲ ਨੇ, ਆਦਰਸ਼ ਨੇ। ਮੈਨੂੰ ਲੱਗਦਾ ਫਿਰ ਆਦਰਸ਼ ਥੋੜੀ ਬਦਲਦੇ ਹੁੰਦੇ ਆ। ਨਹੀਂ ਉਹ ਤਾਂ ਹੈ, ਪਰ ਇੱਕ ਚੀਜ਼ ਹੈ, ਇਹ ਗੱਲ ਬਿਲਕੁਲ ਸਹੀ ਹੈ ਵੀ ਇਹਦੇ ਤੋਂ ਇਹ ਬੜਾ ਗੋਲ ਜਿਹਾ ਟਵੀਟ ਹੈ ਸਿੱਧੂ ਸਾਹਿਬ ਤੋਂ ਉਮੀਦ ਨਹੀਂ ਸੀ। ਹਾਂ, ਜਿੰਨਾ ਗੇਂਦ ਵਰਗਾ ਗੋਲ ਹੈ ਨਾ, ਸਾਫ਼ ਨਿਕਲ ਵੀ ਗਏ ਤੇ ਜਿੱਤੀ ਵੀ ਪਾ ਗਏ। ਹੁਣ ਦੇਖੋ ਇਹਦੇ 'ਚ ਇੱਕ ਚੀਜ਼ ਮੈਂ ਸੋਚਦਾ ਸੀ, ਜੇ ਤੇ ਆਮ ਆਦਮੀ ਪਾਰਟੀ ਵਾਲੇ ਸੋਚਣ ਤੇ ਅਗਲੀ ਵਾਰ ਤੋਂ ਹੋ ਸਕਦਾ ਵੀ ਮਾਨ ਸਾਹਿਬ ਨੂੰ ਕਹਿ ਰਹੀ ਹੈ, ਮਾਨ ਸਾਹਿਬ ਨਾ ਪੰਗਾ ਲਿਆ ਕਰੋ ਯਾਰ, ਐਵੇਂ ਉਹ ਪੁਰਾਣੀ ਵੀਡੀਓ ਕੱਢੀ ਫਿਰਦਾ ਰਹਿੰਦਾ ਬੰਦਾ, ਤੁਸੀਂ ਆਸੇ-ਪਾਸੇ ਗੋਲ ਜੇ ਕਰ ਕੇ ਨਿਕਲ ਜਾ ਕਰੋ, ਪਾਰਟੀਕੂਲਰ ਨਹੀਂ ਕਹਿਣਾ ਫਲਾਨਾ ਬੰਦਾ ਟਵੀਟ ਕਰਿਓ ਕਿ ਇਹ ਆ ਬਾਤ ਸਮਝਾਏ। ਦੂਜੀ ਗੱਲ ਇਹ ਹੋ ਸਕਦਾ ਵੀ ਜਿਹੜੀ ਉਧਰ ਪ੍ਰਸ਼ਾਂਤ ਕਿਸ਼ੋਰ ਸਾਹਿਬ ਨਾਲ ਰਾਹੁਲ ਗਾਂਧੀ ਰਹਿਣੇ, ਪ੍ਰਿਅੰਕਾ ਗਾਂਧੀ ਰਹਿਣਾ, ਹੋਰ ਬੰਦੇ ਨੇ ਬਹਿ ਕੇ ਮੀਟਿੰਗ ਕੀਤੀ ਹੈ ਵੀ ਕਿੱਦਾਂ ਕਰੀਏ। ਉਹਨਾਂ ਨੇ ਵੀ ਹੋ ਸਕਦਾ ਵੀ ਉੱਥੇ ਕਿਸੇ ਨਾ ਕਿਸੇ ਨੇ ਕਹਿਤਾ ਹੋਵੇ ਸਰ ਉਹ ਟਵੀਟ ਕੀ ਆਏ ਸਿੱਧੂ ਸਾਹਿਬ ਨੇ, ਉਹ ਕਹਿੰਦੇ ਪੜ੍ਹਾਓ ਹਾਂ ਜਰਾ, ਵੇਖ ਵੂ ਕੇ ਕਹਿੰਦੇ ਨੇ ਯਾਰ ਇਹਦਾ ਮਤਲਬ ਹੁਣ ਕੀ ਕੱਢੀਏ।
ਆਪਾਂ ਤਾਂ ਸਿੱਧੂ ਸਾਹਿਬ ਨੂੰ ਆਹ ਦੇਣ ਨੂੰ ਫਿਰਦੇ ਸੀ, ਪਰ ਇਹਦੀਆਂ ਗੱਲਾਂ ਤੋਂ ਇਹ ਲੱਗਦਾ ਵੀ ਯਾਰ ਜੀ ਇਹ ਮੁੱਕਰ ਗਿਆ ਤੇ ਇਹ ਨਾ ਹੋਏ ਫਿਰ ਉਧਰ ਜਾ ਵੜੇ, ਕਿਤੇ ਕਰਾਂਗੇ ਕੀ। ਨਹੀਂ ਕਈ ਕਹਿੰਦੇ ਨਹੀਂ, ਇਹ ਤੋਂ ਲੱਗਦਾ ਬੰਦੇ ਨੇ ਚੱਲ ਜਾਣਾ। ਦੂਜਾ ਯਾਰ ਕਿੱਥੇ ਚੰਗੀ ਤਰ੍ਹਾਂ ਪੜੋ, ਹਾਂ ਉਹ ਬੰਦਾ ਉਹ ਨਹੀਂ ਜਾਣਾ ਕਿਤੇ, ਹਾਂ ਉਹ ਤਾਂ ਵਿਰੋਧੀਆਂ ਦਾ ਵੀ ਹੀਰੋ ਹੈ, ਉਹ ਰਹਿਣ ਦਿਓ ਤੁਸੀਂ, ਉਹ ਜਾਣੀ ਕਦੀ ਵਰਕਾ ਥੱਲ ਲੈਣਗੇ ਫਿਰ ਐਂ ਕਰ ਲੈਣਗੇ। ਇੱਕ ਗੱਲ ਤਾਂ ਸੰਧਾਲੀਆ ਸਾਹਿਬ ਬੜੀ ਕਲੀਅਰ ਹੈ, ਕਈ ਲੋਕਾਂ ਨੂੰ ਇਹ ਲੱਗਦਾ ਕਿ ਉੱਥੇ ਮੀਟਿੰਗ ਅਚਾਨਕ ਪ੍ਰਸ਼ਾਂਤ ਕਿਸ਼ੋਰ ਦੀ ਹੋਣੀ ਸੀ, ਪਹਿਲਾਂ ਦੀ ਪ੍ਰੀ ਪਲਾਨ ਸੀ ਤੇ ਉਦੋਂ ਤੱਕ ਟਵੀਟ ਆ ਗਿਆ। ਕਈਆਂ ਨੂੰ ਇਹ ਲੱਗਦਾ ਕਿ ਟਵੀਟ ਆਉਣ ਤੋਂ 2 ਘੰਟੇ ਬਾਅਦ ਹੀ ਅਚਾਨਕ ਮੁਲਾਕਾਤ ਕਿਉਂ ਹੋਈ। ਉੱਥੇ ਫਿਰ ਹਰੀਸ਼ ਰਾਵਤ ਵੀ ਆ ਗਏ। ਹਰੀਸ਼ ਰਾਵਤ ਹੋਰਾਂ ਨੇ ਹਲਕਾ ਸੰਕੇਤ ਵੀ ਦੇ ਦਿੱਤਾ, ਉਹ ਕਹਿੰਦੇ 2-3 ਦਿਨ ਦੇ ਵਿੱਚ ਖੁਸ਼ਖਬਰੀ ਮਿਲ ਜੂ। ਪਤਾ ਇਹ ਵੀ ਲੱਗਿਆ ਕਿਉਂਕਿ ਜਦੋਂ ਕੈਪਟਨ ਸਾਹਿਬ ਪਿਛਲੇ ਦਿਨੀ ਗਏ ਆ, ਉਦਣ ਇਹ ਵੀ ਮਿਲ ਕੇ ਆਏ ਪ੍ਰਸ਼ਾਂਤ ਕਿਸ਼ੋਰ ਵੀ, ਉਹਨਾਂ ਨੂੰ ਘੰਟਾ ਕੁ ਮੁਲਾਕਾਤ ਹੋਈ ਹੈ। ਪ੍ਰਸ਼ਾਂਤ ਕਿਸ਼ੋਰ ਦੇ ਬਾਰੇ ਇਹ ਵੀ ਪਤਾ ਲੱਗਾ ਕਿ ਉਸ ਬੰਦੇ ਨੇ ਠੋਕ ਵਜਾ ਕੇ ਕਿਹਾ ਕਿ ਜੇ ਚੋਣ ਜਿੱਤਣੀ ਹੈ, ਇਹਨਾਂ ਦੋਨਾਂ ਦਾ ਕਾਂਗਰਸ 'ਚ ਰਹਿਣਾ ਜ਼ਰੂਰੀ ਹੈ। ਜੇ ਚੋਣ ਜਿੱਤਣੀ ਹੈ ਤਾਂ ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਕਹਿੰਦਾ ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਨੀ ਵੀ ਜ਼ਰੂਰੀ ਹੈ। ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਇਸ ਵੇਲੇ ਪ੍ਰਸ਼ਾਂਤ ਕਿਸ਼ੋਰ ਦੀ ਸਟੇਟਮੈਂਟ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ, ਕਿਉਂਕਿ ਉਹ ਇੱਕ ਬੰਦਾ ਹੈ ਜਿਹਨੇ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵਿੱਚ ਠੋਕ ਕੇ ਕਿਹਾ ਸੀ, ਉਸ ਵੇਲੇ ਜਦੋਂ ਸਾਰੀਆਂ ਪਾਰਟੀਆਂ ਦੇ ਲੀਡਰ ਬੀਜੇਪੀ ਸ਼ਾਮਲ ਹੋ ਰਹੇ ਸੀ, ਉਹ ਕਹਿੰਦੇ ਸੀ ਬੀਜੇਪੀ ਨੂੰ 100 ਤੋਂ ਘੱਟ ਸੀਟਾਂ ਮਿਲਣੀਆਂ। ਅਮਿਤ ਸ਼ਾਹ ਹੋਰੀ ਕਹਿੰਦੇ ਸੀ 200 ਤੋਂ ਵੱਧ ਮਿਲਣੀਆਂ। ਉਸ ਬੰਦੇ ਨੂੰ ਪੱਤਰਕਾਰਾਂ ਨੇ ਫੇਰ ਪੁੱਛਿਆ ਤੂੰ 100 ਤੋਂ ਘੱਟ ਦਿੰਨਾ ਬੀਜੇਪੀ ਨੂੰ, ਕਿਉਂਕਿ ਮਮਤਾ ਬੈਨਰਜੀ ਦਾ ਕੰਪੇਨਰ ਸੀ ਉਹ, ਤੇ ਉਹ 200 ਤੋਂ ਵੱਧ। ਉਹ ਕਹਿੰਦੇ ਜੇ 100 ਵੀ ਸੀਟਾਂ ਆ ਗਈਆਂ ਬੀਜੇਪੀ ਦੀਆਂ ਮੈਂ ਕੰਮ ਹੀ ਛੱਡ ਜੂੰਗਾ। ਤੇ 100 ਤੋਂ ਘੱਟ 80 ਤੋਂ ਵੀ ਘੱਟ ਬੀਜੇਪੀ ਨੂੰ ਸੀਟਾਂ ਆਈਆਂ ਸੀ। ਇਸ ਕਰਕੇ ਕਾਂਗਰਸ ਪਾਰਟੀ ਬਹੁਤ ਧਿਆਨ ਦੇ ਨਾਲ ਦੇਖ ਰਹੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਕੀ ਕਹਿੰਦੇ ਆ। ਪਰ ਹੁਣ ਲੱਗਦਾ ਇਹ ਹੈ ਕਿ ਬੜੀ ਛੇਤੀ ਕਾਂਗਰਸ ਪਾਰਟੀ ਨੂੰ 1-1.5 ਦਿਨ ਦੇ ਵਿੱਚ ਫੈਸਲਾ ਕਰਨਾ ਪਊਗਾ। ਰਾਵਤ ਸਾਹਿਬ ਨੇ ਸੰਕੇਤ ਵੀ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਸਾਹਿਬ ਹੀ ਰਹਿਣਗੇ, ਪ੍ਰਧਾਨ ਬਦਲ ਸਕਦਾ, ਜੇ ਬਦਲ ਸਕਦਾ ਤਾਂ ਫਿਰ ਲਾਉਣਾ ਕਿਹਨੂੰ ਹੈ। ਨਹੀਂ ਰਾਵਤ ਸਾਹਿਬ ਦਾ ਬਿਆਨ ਨਾ ਮੈਨੂੰ ਉਦਾਂ ਦੀ ਕੈਸਟ ਲੱਗਦੀ ਹੈ ਜਿੱਦਾਂ ਪਤਾ ਨਹੀਂ ਹੁੰਦਾ ਵੀ ਅਜੇ ਮਤਲਬ ਅੰਦਰ ਪ੍ਰੋਗਰਾਮ ਚੱਲ ਨਹੀਂ ਰਿਹਾ। ਉਹ ਕਹਿੰਦੇ ਹੁਣ ਕੀ ਕਰੀਏ, ਕੋਈ ਲਾ ਦਿਓ ਯਾਰ, ਕੋਈ ਇੱਕ ਵਾਰ ਸਪੀਕਰ ਚੱਲਦਾ ਰਵੇ ਵੀ ਮਤਲਬ ਪ੍ਰੋਗਰਾਮ ਹੋਣਾ ਜੇ। ਕਹਿੰਦੇ ਯਾਰ ਆਰਟਿਸਟ ਆਪਣੇ, ਉਹ ਯਾਰ ਅਜੇ ਤੇ ਕੋਈ ਗੱਲ ਨਹੀਂ, ਤੇ ਦਰੀਆਂ ਦੁਰੀਆਂ ਵਿਛਾਉਣ ਨੇ, ਸਪੀਕਰ ਲਾ ਦਿਓ, ਲੋਕ ਲਾਗ ਤੇ ਆਉਣਾ ਸ਼ੁਰੂ ਹੋਣ ਨਾ। ਉਹਨਾਂ ਦਾ ਬਿਆਨ ਤੇ ਮੈਨੂੰ ਜਾਪਦਾ ਇਦਾਂ। ਪਰ ਇੱਕ ਜਿਹੜੀ ਇਹਦੇ 'ਚ ਇਹ ਚਰਚਾ ਹੁਣ ਪਿਛਲੇ ਦਿਨੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ ਤੇ ਕੈਪਟਨ ਸਾਹਿਬ ਦੀ ਮੁਲਾਕਾਤ ਹੁੰਦੀ ਹੈ, ਪਰ ਕੈਪਟਨ ਸਾਹਿਬ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੁੰਦੀ। ਇਹਦਾ ਮਤਲਬ ਇਹ ਹੋਗਾ ਵੀ ਦਿਲ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੇ ਫਰੋਲਿਆ ਹੋਊਗਾ ਵੀ ਪੀਕੇ ਸਾਹਿਬ ਹੁਣ ਦੇਖੋ ਤੁਸੀਂ ਆਪ ਨਹੀਂ ਜੇ ਮਿਲੇ ਮੈਨੂੰ, ਇਹ ਤੁਸੀਂ ਕਰੋ ਗੱਲ ਇਹਨਾਂ ਨਾਲ, ਤੁਸੀਂ ਕਰ। ਉਦੋਂ ਹੋ ਸਕਦਾ ਵੀ ਪ੍ਰਸ਼ਾਂਤ ਕਿਸ਼ੋਰ ਸਾਹਿਬ ਨੇ ਵੀ ਸਮਝਾਇਆ ਕੋਈ ਨਹੀਂ ਕੈਪਟਨ ਸਾਹਿਬ ਮੈਂ ਹੈਗਾ ਨਾ, ਮੈਂ ਗੱਲ ਕਰਕੇ ਆਉਂ, ਤੁਸੀਂ ਟੈਨਸ਼ਨ ਨਹੀਂ ਲੈਣੀ, ਮੇਰੇ ਹੁੰਦਾ ਪਰਵਾਹ ਨਾ ਕਰੋ। ਹੁਣ ਚਰਚਾ ਇਹ ਵੀ ਚੱਲ ਪਈ ਸੀ ਕਿ ਵੀ ਸ਼ਾਇਦ ਇਹ ਵਾਲੀ ਜਿਹੜੀ ਮੀਟਿੰਗ ਹੈ ਉਹ ਪ੍ਰਸ਼ਾਂਤ ਕਿਸ਼ੋਰ ਸਾਹਿਬ ਦੀ ਇਸ ਕਰਕੇ ਵੀ ਹੋ ਸਕਦੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਸਾਹਿਬ ਫੀਲਡਿੰਗ ਕਰ ਰਹੇ ਨੇ ਕੈਪਟਨ ਸਾਹਿਬ ਦੇ ਹੱਕ ਦੇ ਵਿੱਚ ਵੀ ਨਹੀਂ ਇੱਦਾਂ ਕਿੱਦਾਂ ਯਾਰ, ਹੁਣ ਤੁਸੀਂ ਉਹ ਬਜ਼ੁਰਗ ਬੰਦੇ ਨੇ, ਮੁੱਖ ਮੰਤਰੀ ਨੇ, ਤੁਸੀਂ ਸਾਰਾ ਕੁਝ ਹੀ ਹੁੰਜ ਕੇ ਇੱਧਰ ਕਰ ਦਿਓਗੇ। ਕਿਉਂਕਿ ਭੈਣ ਜੀ ਜਿਹੜੇ ਨੇ ਪ੍ਰਿੰਕਾ ਗਾਂਧੀ ਹੋਰੀ, ਉਹਨਾਂ ਨੇ ਜਿਸ ਹਿਸਾਬ ਨਾਲ ਕਹਿੰਦੇ ਵੀ ਸਾਰਾ ਕੁਝ ਸੈੱਟ ਕੀਤਾ ਸੀ, ਐਂਡ ਸਿੱਧੂ ਸਾਹਿਬ ਨੂੰ ਜਿੱਦਾਂ ਸਾਰਾ ਦਾ ਸਾਰਾ ਟੱਬਰ ਹੀ ਮਿਲ ਪਿਆ ਸੀ, ਉਹਦੇ ਤੋਂ ਕੈਪਟਨ ਖੇਮੇ 'ਚ ਇਹ ਚਰਚਾ ਚੱਲ ਪਈ ਸੀ ਵੀ ਯਾਰ ਜਾਪਦਾ ਕੁਝ ਵੱਡੀ ਚੀਜ਼ ਨਿਕਲ ਜਾਣੀ ਹੈ। ਤੇ ਇਸ ਮੀਟਿੰਗ ਤੋਂ ਇਹ ਜਾਪਦਾ ਸੀ ਸ਼ਾਇਦ ਪੀਕੇ ਸਾਹਿਬ ਉਹ ਸੈਟਿੰਗ ਬਰਾਬਰ ਕਰ ਰਹੇ ਨਹੀਂ ਸਾਰਾ ਨਹੀਂ ਯਾਰ, ਬਰਾਬਰ ਦਾ ਕਰ ਲਓ, ਇੱਕੋ ਜਿਹਾ ਪਰੜਾ ਜਿਹਾ ਕਰ ਲਓ, ਚੰਗੇ ਨਹੀਂ ਲੱਗੀਦਾ ਹੈ ਨਾ। ਤੇ ਉਹਦੇ ਵਿੱਚ ਹੁਣ ਇੱਕ ਟਵੀਟ ਆ ਗਿਆ, ਹੋ ਸਕਦਾ ਉੱਥੇ ਬੈਠੇ ਬਾਅਦ ਦੇ ਵਿੱਚ ਉਹ ਪੀਕੇ ਸਾਹਿਬ ਨੇ ਸਮਝਾ ਲਿਆ ਨਹੀਂ ਆਹ ਠੀਕ ਹੈ, ਬਰਾਬਰ ਹੋ ਗਿਆ ਸਰ, ਆਪ ਫਿੱਟ ਕਰਤੇ ਹੈ। ਉਹ ਕਹਿੰਦੇ ਨੇ ਫਿੱਟ ਬਾਅਦ ਚ ਕਰੋ, ਆ ਟਵੀਟ ਆਇਆ ਜੀ ਉਹਨਾਂ ਦੇ ਨਹੀਂ ਹੋਈ ਹੈ ਇਹ ਪੜ੍ਹ ਲਓ ਇਹਦੇ ਚ ਕੀ ਲਿਖਿਆ ਪਹਿਲਾਂ। ਨਹੀਂ ਸੰਧਾਲੀਆ ਸਾਹਿਬ ਇਹ ਗੱਲ ਠੀਕ ਹੈ ਤੁਹਾਡੀ। ਇਹ ਉਦਾਂ ਹੀ ਹੋਇਆ ਨਾ ਵੀ ਰਾਵਤ ਸਾਹਿਬ ਨੇ ਉਧਰ ਕਹਿੰਦਾ ਵੀ ਬਹੁਤ ਜਲਦ ਆ ਰਹੇ ਹੈ ਕਲਾਕਾਰ, ਬੈਠੀਏ ਇਹਨੇ ਜਿਹਨੂੰ ਮਗਰੋਂ ਕਿਹਾ ਸਰ ਕਲਾਕਾਰਾਂ ਦੀ ਐਂਬੈਸਡਰ ਪੈਂਚਰ ਹੋ ਗਈ, ਅਜੇ ਟਾਈਮ ਲੱਗਣਾ ਥੋੜਾ ਜਿਹਾ। ਇਹ ਵੀ ਹੋ ਸਕਦਾ ਕਿ ਕੈਪਟਨ ਸਾਹਿਬ ਨੇ ਪੀਕੇ ਸਾਹਿਬ ਨੂੰ ਟੈਲੀਫੋਨ ਕੀਤਾ ਹੋਵੇ, ਪਰ ਦੇਖ ਲਓ ਉਹਨਾਂ ਨੂੰ ਕਹੋ ਜਾ ਕੇ ਆ ਫੰਡ ਤੁਸੀਂ ਲੈਣੇ ਨਹੀਂ ਨੇ ਪਾਰਟੀਆਂ ਤੋਂ, ਵੱਡੀਆਂ ਕੰਪਨੀਆਂ ਤੋਂ, ਉਹ ਗਾਲ ਅਗਲੇ ਸਾਡੇ ਪੈ ਗਏ ਉੱਥੇ ਕਿ ਭਾਈ ਹਿਸਾਬ ਦਿਓ, ਤੁਹਾਡੀ ਪਾਰਟੀ ਨੇ ਫੰਡ ਲਏ ਉਸ ਕੰਪਨੀ ਤੋਂ ਲੈ ਜਿਹਦੇ ਪ੍ਰਾਈਵੇਟ ਇੱਧਰਲੇ ਪਾਸੇ ਪਲਾਂਟ ਲੱਗੇ ਆ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਭਗਵੰਤ ਮਾਨ ਦੇ ਉਸ ਦੋਸ਼ ਦਾ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਫੰਡ ਸਾਰੇ ਲੈਂਦੇ ਆ, ਪਹਿਲਾਂ ਤਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਲੇ ਹਿਸਾਬ ਦੇਣ ਪਿਛਲੇ 10 ਸਾਲਾਂ ਦਾ ਕਿ ਭਾਈ ਪਿਛਲੇ 10 ਸਾਲਾਂ ਦੇ ਵਿੱਚ ਤੁਸੀਂ ਕਿਹੜੀ ਕੰਪਨੀ ਤੋਂ ਕਿੰਨਾ ਫੰਡ ਲਿਆ। ਵੈਸੇ ਆਮ ਆਦਮੀ ਪਾਰਟੀ ਨੂੰ ਅਜੇ 10 ਸਾਲ ਹੋਏ ਨਹੀਂ, 8 ਸਾਲ ਹੋਏ ਆ, ਉਹ 8 ਸਾਲਾਂ ਦਾ ਦੇ ਦੇਣਗੇ। ਅਕਾਲੀ ਦਲ 10 ਸਾਲਾਂ ਦੇ ਦੂ, ਕਿਉਂਕਿ ਡਾਕਟਰ ਦਲਜੀਤ ਸਿੰਘ ਚੀਮਾ ਵੀ ਬੋਲੇ ਸੀ ਨਾ 16 ਕਰੋੜ ਰੁਪਏ ਲਿਆ ਇਹਨਾਂ ਨੇ। ਇਹ 16 ਕਰੋੜ ਰੁਪਏ ਕਿਹੜੀਆਂ ਕੰਪਨੀਆਂ ਤੋਂ ਲਿਆ? ਉਹ ਸਾਰੀਆਂ ਗੱਲਾਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਆਖੀਆਂ। ਹੁਣ ਦੂਸਰਾ, ਜਦੋਂ ਕੈਪਟਨ ਸਾਹਿਬ ਨੇ ਸਵਾਲ ਕਰਤਾ ਤੇ ਨਾਲ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਜਿਹੜੇ ਸਾਲਾਂ ਦੇ ਵਿੱਚ ਉਹ ਫੰਡ ਲਏ ਆ, ਪਹਿਲੀ ਗੱਲ ਹੈ ਕਿ ਪੰਜਾਬ ਵਾਲਿਆਂ ਨੇ ਲੈ, ਹਾਈ ਕਮਾਂਡ ਨੇ ਲਏ ਆ, ਹਾਈ ਕਮਾਂਡ ਨੇ ਲੈਣੇ ਆ ਤਾਂ ਸਾਨੂੰ ਪੁੱਛ ਕੇ ਨਹੀਂ ਲੈਣੇ, ਨਾ ਅਸੀਂ ਇਕੱਲੇ ਹੀ ਹਾਈ ਕਮਾਂਡ ਦੇ ਆ, ਸਾਰਾ ਭਾਰਤ ਉਹਨਾਂ ਦਾ। ਦੂਸਰਾ ਉਹ ਕਹਿੰਦੇ ਕਿ 1 ਵੀ ਰੁਪਈਆ
ਇਸ ਆਧਾਰ ਦੇ ਉੱਤੇ ਕਿਸੇ ਕੰਪਨੀ ਤੋਂ ਕਾਂਗਰਸ ਪਾਰਟੀ ਨੇ ਫੰਡ ਨਹੀਂ ਲਿਆ ਕਿ ਭਾਈ ਜੇ ਤੁਸੀਂ ਸਾਨੂੰ ਫੰਡ ਦਿਓਗੇ ਤਾਂ ਅਸੀਂ ਤੁਹਾਡੇ ਸਮਝੌਤੇ ਰੱਦ ਨਹੀਂ ਕਰਾਂਗੇ। ਬਾਕੀ ਉਹ ਕਹਿੰਦੇ ਝੂਠ ਬੋਲਦੇ ਆ, ਅਸੀਂ ਕਰਨੇ ਆ ਕਾਨੂੰਨੀ ਕਾਰਵਾਈ, ਵਿਚਾਰ ਚਰਚਾ ਚੱਲਦੀ ਹੈ, ਇੱਕ ਅੱਧੀ ਮੀਟਿੰਗ ਹੋਰ ਚੱਲਣੀ ਆ, ਫਿਰ ਦੱਸਦੇ ਆ ਪੰਜਾਬ ਦੇ ਲੋਕਾਂ ਨੂੰ ਕਿ ਬਿਜਲੀ ਸਮਝੌਤਿਆਂ ਦਾ ਕੀ ਕਰਨਾ। ਨਹੀਂ ਠੀਕ ਹੈ ਗੱਲ, ਪਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲਾ ਫਿਰ ਗੱਲ ਚੁੱਕ ਲੈਣੀ। ਉਹ ਕਹਿੰਦੇ ਇਹੋ ਤੇ ਅਸੀਂ ਕਹਿਣ ਡਏ ਆ ਵੀ ਇਹਨਾਂ ਦਾ ਕੁਝ ਨਹੀਂ ਵਟਿਆ ਜਾਂਦਾ, ਕੰਪਨੀ ਵਾਲਿਆਂ ਨੂੰ ਪਤਾ, ਉਹ ਵੀ ਹਾਈ ਕਮਾਂਡ ਨੂੰ ਦੇ ਕੇ ਆਏ ਨੇ ਸਾਰਾ ਕੁਝ, ਨੂੰ ਪਤਾ ਵੀ ਉੱਤੋਂ ਹੀ ਕੰਮ ਚੱਲਣਾ, ਇਹਨਾਂ ਦੀ ਕਿਹੜੀ ਗੱਲ ਹੈ, ਇਹਨਾਂ ਦੀ ਕਿਹੜੀ ਗੱਲ ਆ, ਹੈ ਨਾ। ਇਸੇ ਕਰਕੇ ਨਹੀਂ ਤੇ ਪੰਜਾਬ ਦੀ ਸਿਚੁਏਸ਼ਨ ਹੁਣ ਪੰਜਾਬ ਦੇ ਲੀਡਰਾਂ ਨੂੰ ਤਾਂ ਦੀਦੀ ਆ ਵੀ ਵੀਰ ਮੇਰਿਓ ਇਹ ਸਮਝੌਤੇ ਆਪਾਂ ਨੂੰ ਕੁਝ ਨਾ ਕੁਝ ਫਰੋਲਾ ਫਰਾਲੀ ਕਰਨੇ ਪੈਣੇ, ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਆਪਣਾ ਵਟਿਆ ਕੁਝ ਨਹੀਂ ਜਾਣਾ। ਤੇ ਉੱਪਰੋਂ ਕੀ ਪਤਾ ਜਦੋਂ ਫੋਨ ਕਰਦੇ ਹੁਣ ਅਸੀਂ ਫਿਰ ਉਹ ਸਮਝੌਤੇ ਥੋੜੇ ਜਿਹੇ ਵੇਖ ਲਈਏ, ਉੱਪਰੋਂ ਅਗਲੇ ਕਹਿੰਦੇ ਉਹਨੇ ਨਹੀਂ ਉਹ ਬਾਰੀ 'ਚ ਪੱਕੇ ਪੈ ਰਹੇ ਨੇ, ਜਿੰਦਰਾ ਨਾ ਖੋਲਿਓ, ਨਾ ਚਾਬੀ ਨੂੰ ਹੱਥ ਲਾਇਓ, ਹਿੱਲੇ ਨਾ ਉੱਥੋਂ ਚਾਬੀ। ਜਿੱਦਣ ਅਸੀਂ ਕਿਤੇ ਆ ਕੇ ਚੈੱਕ ਕੀਤਾ ਪਤਾ ਲੱਗੇ ਵੀ ਉੱਥੇ ਇੱਧਰ ਉੱਧਰ ਘਟਾ ਮਿੱਟੀ ਵੀ ਕਿਤੇ ਹਿੱਲਿਆ ਤੇ ਤਾਂ ਵੀ ਤੁਸੀਂ ਆਪਣਾ ਪੜਿਆ ਵਿਚਾਰ ਲਿਓ, ਹੋ ਸਕਦਾ ਕੱਲ ਨੂੰ ਅਗਲੇ ਫੇਰ ਪੇਚਾ ਪਾ ਕੇ ਬਹਿ ਜਾਣ। ਨਹੀਂ ਪੂਰੀ ਸੰਭਾਵਨਾ ਦੇਖੋ ਇਸ ਵੇਲੇ ਲੜਾਈ ਤਾਂ ਜਿਹੜੀ ਸੰਧਾਲੀਆ ਸਾਹਿਬ ਸਿਖਰ ਤੇ ਹੈ, ਹਰ ਪਾਰਟੀ ਨੂੰ ਲੱਗਦਾ ਕਿ ਅਸੀਂ ਅਗਲੇ ਪਾਸੇ ਨੂੰ ਵੱਧ ਜਾਈਏ, ਪਰ ਆਮ ਆਦਮੀ ਪਾਰਟੀ ਦੇ ਸਾਹਮਣੇ ਉਹੀ ਮੁਸੀਬਤ ਫਿਰ ਹੈ। ਹੁਣ ਕਈ ਹਲਕਿਆਂ ਦੇ ਇੰਚਾਰਜ ਐਲਾਨ ਦਿੱਤੇ, ਜਿਸ ਤਰੀਕੇ ਖਰੜ ਤੋਂ ਬੀਬੀ ਜੀ ਅਨਮੋਲ ਗਗਨ ਮਾਨ, ਇਸੇ ਤਰੀਕੇ ਘਨੌਰ ਤੋਂ ਗੁਰਲਾਲ ਕਬੱਡੀ ਵਾਲਾ ਖਿਡਾਰੀ, ਹੋਰ ਬਹੁਤ ਸਾਰੇ ਬੰਦੇ, ਜਾਣੀ ਕਿ 14 ਹਲਕਾ ਇੰਚਾਰਜਾਂ ਦੀ ਲਿਸਟ ਆਈ ਤੇ ਆਮ ਲੋਕ ਇਹ ਮੰਨ ਕੇ ਚੱਲਦੇ ਸੀ ਕਿ ਹਲਕਾ ਇੰਚਾਰਜਾਂ ਨੂੰ ਟਿਕਟਾਂ ਮਿਲਣੀਆਂ, ਉਮੀਦਵਾਰ ਉਹੀ ਨੇ। ਰਾਘਵ ਚੱਡਾ ਹੋਰਾਂ ਨੂੰ ਸਵਾਲ ਕੀਤਾ ਕਿ ਭਾਈ ਤੁਹਾਡੇ ਕਈ ਹਲਕਿਆਂ ਦੇ ਵਿੱਚ ਸਥਾਨਕ ਲੀਡਰ ਵਿਰੋਧ ਕਰਦੇ ਆ, ਤੁਸੀਂ ਬਾਹਰੋਂ ਪੈਰਾਸ਼ੂਟ ਰਾਹੀਂ ਬੰਦੇ ਲਿਆ ਕੇ ਹਲਕਾ ਇੰਚਾਰਜ ਬਣਾਤੇ। ਉਹ ਕਹਿੰਦੇ ਨਹੀਂ 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 ਨਹੀਂ, ਇਹ ਟਿਕਟ ਨਹੀਂ ਹੈ, ਜ਼ਿੰਮੇਵਾਰੀ ਹੈ ਕਿ ਭਾਈ ਇਹ ਤਾਂ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੈ, ਟਿਕਟ ਥੋੜੀ ਇਹ ਆ। ਇਹ ਬਿਲਕੁਲ ਕਹਿੰਦੇ ਇਦਾਂ ਦੀ ਗੱਲ ਨਹੀਂ ਕਿ ਟਿਕਟ ਵੀ ਇਹਨਾਂ ਨੂੰ ਮਿਲਣੀ ਹੈ, ਟਿਕਟ ਅਸੀਂ ਹੋਰ ਬੰਦਿਆਂ ਨੂੰ ਵੀ ਦੇ ਸਕਦੇ ਹਾਂ। ਇਹਨਾਂ ਨੇ ਤਾਂ ਹਲਕੇ ਦੇ ਵਿੱਚ ਵੱਧ ਤੋਂ ਵੱਧ ਸਰਗਰਮੀ ਕਰਨੀ ਹੈ, ਕਿਉਂਕਿ 5-4 ਵਿਧਾਨ ਸਭਾ ਹਲਕਿਆਂ ਤੋਂ ਇਸ ਤਰੀਕੇ ਦੇ ਰੌਲੇ ਰੱਪੇ ਪੈ ਰਹੇ ਸੀ ਕਿ ਭਾਈ ਜਿਹੜੇ ਨਵੇਂ ਹਲਕਾ ਇੰਚਾਰਜ ਲਾਏ ਆ ਉਹਨਾਂ ਦੀ ਜਗ੍ਹਾ ਦੇ ਉੱਤੇ ਕੁਝ ਪੁਰਾਣੇ ਸੀਨੀਅਰ ਬੰਦੇ ਵੀ ਆ, ਉਹਨਾਂ ਨੂੰ ਐਤਕੀ ਉਡੀਕ ਸੀ ਕਿ ਭਾਈ ਟਿਕਟਾਂ ਮਿਲੂ। ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਾਈ ਐਤਕੀ ਟਿਕਟਾਂ ਦੇਣ ਲੱਗਿਆਂ ਬਹੁਤ ਸੋਚ ਵਿਚਾਰ ਕੇ ਚੰਗੇ ਤਰੀਕੇ ਦੇਖਭਾਲ ਕੇ ਟਿਕਟਾਂ ਦੇਣ, ਘੱਟੋ ਘੱਟ ਆਪਦੇ ਬੰਦਿਆਂ ਦੇ ਵਿੱਚ ਨਾਰਾਜ਼ਗੀ ਨਾ ਹੋਵੇ। ਜੇ ਨਾਰਾਜ਼ਗੀ ਕਿਤੇ ਹੁੰਦੀ ਹੈ, ਇਹ ਅਗਲੇ ਬੰਦੇ ਦੇ ਉੱਤੇ ਯਕੀਨ ਨਾ ਕਰਨ ਕਿ ਉਹ 5-7 ਬੰਦੇ ਆ ਜੀ ਬੋਲਦੇ ਐਵੇਂ, ਉਹਨਾਂ ਨੂੰ ਕੋਈ ਪੁੱਛਦਾ, ਉਹਨਾਂ ਨੂੰ ਆਪ ਪੁੱਛੋ ਕਿ ਭਾਈ ਤੁਹਾਡੀ ਕੀ ਫਿਕਰਮੰਦੀ ਹੈ, ਤੁਹਾਡੀ ਕੀ ਨਾਰਾਜ਼ਗੀ ਹੈ, ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰਦੇ ਹਾਂ। ਕਿਉਂਕਿ ਪਿਛਲੀ ਵਾਰੀ ਬਹੁਤੇ ਬੰਦੇ ਆਖਰੀ ਮੌਕੇ ਤੇ ਟੁੱਟ ਗਏ ਸੀ ਟਿਕਟਾਂ ਦੇ ਪੱਖ ਤੋਂ, ਐਤਕੀ ਆਮ ਆਦਮੀ ਪਾਰਟੀ ਨੂੰ ਇਸ ਪੱਖੋਂ ਬਹੁਤ ਸੋਚ ਵਿਚਾਰ ਕੇ ਚੱਲਣਾ ਪਊਗਾ। ਇੱਕ ਚੀਜ਼ ਮੇਰੇ ਖਿਆਲ ਨਾਲ ਇਹ ਵੀ ਹੈ, ਜਿੱਦਾਂ ਹੁਣ ਕਿਹਾ ਚੱਡਾ ਸਾਹਿਬ ਨੇ ਵੀ ਹਾਂਜੀ ਆਪਾਂ ਦੇਖੋ ਜੀ ਜ਼ਿੰਮੇਵਾਰੀ ਦਿੱਤੀ, ਜੇ ਜ਼ਿੰਮੇਵਾਰੀ ਬਾਹਰੋਂ ਬੰਦਾ ਖੜ ਕੇ ਦੇਣੀ ਤੇ ਜਿਹੜਾ ਬੰਦਾ ਹਲਕੇ ਦਾ ਉਹਨੂੰ ਕਿਉਂ ਨਹੀਂ ਦਿੱਤੀ? ਨਹੀਂ ਦੇਖੋ ਜ਼ਿੰਮੇਵਾਰੀ ਅਗਲੇ ਹੀ ਹੁੰਦਾ ਨਾ ਕਿ ਹੌਲੀ ਹੌਲੀ ਭਾਈ 5-4 ਮਹੀਨੇ ਹੈਗੇ, ਲੋਕਾਂ ਦਾ ਯਕੀਨ ਜਿੱਤ ਇੱਕ ਇੱਕ ਕਰਕੇ ਬੰਦਿਆਂ ਨੂੰ ਨਾਲ ਜੋੜੋ, ਜਾਣੀ ਜ਼ਿੰਮੇਵਾਰੀ ਨੂੰ ਟਿਕਟ ਦੇ ਵਿੱਚ ਬਦਲਣ ਲੱਗਿਆ ਬਹੁਤ ਦੇਰ ਨਹੀਂ ਲੱਗਣੀ। ਮੈਂ ਇਹੋ ਹੀ ਕਹਿਣਾ, ਹੁਣ ਜੇ ਤੁਹਾਨੂੰ ਸਮਝ ਆਖਦੀ ਮੈਨੂੰ ਆ ਸਕਦੀ, ਉਹ ਬੰਦਿਆਂ ਨੂੰ ਨਾ ਆਉਂਦੀ ਹੋਊਗੀ ਜਿਨ੍ਹਾਂ ਦੇ ਉੱਪਰ ਹਲਕਾ ਇੰਚਾਰਜ ਲਾਇਆ, ਉਹਨਾਂ ਨੂੰ ਤੇ ਹਲਕਾ ਇੰਚਾਰਜ ਬੜਾ ਭਾਰਾ ਇੰਚਾਰਜ ਨਜ਼ਰ ਆ ਰਿਹਾ ਹੋਣਾ, ਕਹਿੰਦਾ ਕੱਲ ਦਾ ਸਿਰ ਭਾਰਾ ਹੈ ਜੇ ਉਹਦਾ ਹਲਕਾ ਇੰਚਾਰਜ ਆਇਆ। ਹਲਕਾ ਇੰਚਾਰਜ ਲਾਉਣ ਜੀ ਸਦਕੇ ਲਾਉਣ ਵਧੀਆ ਤਰੀਕੇ ਨਾਲ, ਹਲਕਾ ਨਾ ਲਾਉਣ, ਉਹ ਬੰਦਾ ਹਲਕਾ ਨਾ ਹੋਵੇ। ਹਾਂ ਇਹ ਵੀ ਗੱਲ ਹੈ ਨਾ। ਨਹੀਂ ਆਇਆ ਤਾਂ ਬੰਦੇ ਉਹਨਾਂ ਨੇ ਠੋਕ ਹੀ ਲਾਏ ਹੋਣਗੇ, ਉਹ ਸਿਆਣਪ ਕੀਤੀ ਹੋਊਗੀ ਤਾਂ ਹੀ ਹੈ। ਨਹੀਂ ਰੌਲਾ ਬਹੁਤਾ ਨਹੀਂ ਪਿਆ। ਦੇਖੋ ਐਤਕੀ ਇਹ ਵੀ ਨਹੀਂ ਹੈ ਕਿ 60 ਬੰਦਿਆਂ ਨੂੰ ਇੱਕੋ ਵਾਰੀ ਦਿੱਤਾ, 10 12 5 4 8 ਇਦਾਂ ਸਟੈਪ ਬਾਈ ਸਟੈਪ ਜਾ ਰਿਹਾ ਕਿ ਜੇ ਕਿਤੇ ਰੌਲਾ ਵੀ ਪੈਂਦਾ ਤਾਂ ਦੁੱਧ ਉਬਲਦਾ ਤਾਂ ਪਾਣੀ ਦੇ ਛਿੱਟੇ ਵੀ ਮਾਰੇ ਜਾ ਸਕਣ। ਹਾਂ ਨਹੀਂ ਹੋਰ ਕੁਝ ਗੱਲ ਨਾ ਬਣੇ ਤੇ ਇੱਕ ਲੱਕੜ ਹੌਲੀ ਜਿਹੀ ਪਿੱਛੇ ਕਰ ਚੁੱਲੇ ਚੋਂ, ਹੁਣ ਠੀਕ ਆ ਮੈਂ ਠੀਕ ਆ ਰੱਖ ਮੱਠੀ। ਅੱਛਾ ਟਕੈਤ ਸਾਹਿਬ ਨੇ ਵੀ ਆਂਦੇ ਪੋਸਟਰ ਕਰਤਾ ਲਾਂਚ, ਭਾਈ ਸਾਹਿਬ ਟਵਿੱਟਰੀ ਹੋ ਗਏ ਨੇ। ਨਹੀਂ ਟਕੈਤ ਸਾਹਿਬ ਇਸ ਗੱਲੋਂ ਕੰਮ ਉਹਨਾਂ ਦਾ ਸਿੱਧਾ ਹੀ ਆ, ਉਹ ਕਹਿੰਦੇ ਭਾਈ संसद पे जाना है, ऐसे कोई बात ही नहीं है, किसान चुनाव लड़ भी सकते हैं, नहीं भी देखते हैं, सितंबर में फैसला करेंगे। ਹੁਣ ਉਹ ਸਿੱਧੇ ਹੀ ਬੋਲਦੇ ਆ। ਹੁਣ ਟਕੈਤ ਸਾਹਿਬ ਨੇ ਜਿਹੜਾ ਪੋਸਟਰ ਜਾਰੀ ਕੀਤਾ ਕਿ ਭਾਈ ਆ ਪਾਰਲੀਮੈਂਟ ਘੇਰਨੀ ਆ, 200 ਕਿਸਾਨ ਜਾਣਗੇ, ਤੇ ਇੱਥੋਂ ਤੱਕ ਵੀ ਚਰਚਾ ਚੱਲਦੀ ਹੈ ਕਿ ਸ਼ਾਇਦ 17 ਤਰੀਕ ਤੋਂ ਪਹਿਲਾਂ ਜਿਸ ਦਿਨ ਉਹਨਾਂ ਨੇ ਵੋਟਰ ਵਿਪ ਜਾਰੀ ਕਰਨਾ ਹੈ, ਉਹਦੇ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਇੱਕ ਫੈਸਲਾ ਹੋਰ ਕਰ ਸਕਦੀਆਂ ਕਿ ਜਿਹੜੇ ਸਾਡੇ 200 ਕਿਸਾਨ ਜਾਣਗੇ ਉਹ ਪਾਰਲੀਮੈਂਟ ਦੇ ਬਾਹਰ ਕਿਸਾਨ ਸੰਸਦ ਲਾਉਣਗੇ, ਕਿ ਭਾਈ ਉਹ ਪਾਰਲੀਮੈਂਟ ਦੇ ਬਾਹਰ ਚਰਚਾ ਕਰਿਆ ਕਰਨਗੇ, MP ਅੰਦਰ ਕਰਿਆ ਕਰਨਗੇ। ਪਰ ਹੁਣ ਇੱਕ ਗੱਲ ਪੱਕੀ ਹੈ ਕਿ ਜਿਹੜੇ ਵਿਰੋਧੀ ਧਿਰਾਂ ਦੇ ਮੈਂਬਰ ਪਾਰਲੀਮੈਂਟ ਨੇ ਉਹ ਦੋਹਰੇ ਕਸੂਤੇ ਫਸ ਗਏ। ਅੱਗੇ ਤਾਂ ਸੀਗਾ ਨਾ ਕਿ ਸਰਕਾਰ ਦੇ ਖਿਲਾਫ ਹੀ ਚੱਲਦੇ ਸੀ ਕਿਸਾਨ, ਹੁਣ ਦੇਖੋ ਇੱਕ ਤਾਂ ਕਿਸਾਨਾਂ ਨੇ ਕਹਿਤਾ ਕਿ ਤੁਸੀਂ ਗੈਰ ਹਾਜ਼ਰ ਨਹੀਂ ਚਾਹੀਦੇ, ਫਿਰ ਤੁਸੀਂ ਸਵਾਲ ਵੀ ਪੁੱਛਣੇ ਆ, ਫਿਰ ਤੁਸੀਂ ਬਾਈਕਾਟ ਨਹੀਂ ਕਰਨਾ, ਜੇ ਤੁਹਾਨੂੰ ਸਸਪੈਂਡ ਵੀ ਕਰਦੇ ਆ ਤਾਂ ਫਿਰ ਅੰਦਰ ਜਾਣਾ ਹੈ, ਤੁਸੀਂ ਸਭ ਤੋਂ ਪਹਿਲਾਂ ਕਿਸਾਨਾਂ ਦਾ ਮੁੱਦਾ ਹੀ ਚੁੱਕਣਾ ਹੈ। ਠੀਕ ਹੈ, ਔਖੇ ਸੌਖੇ ਕਰ ਲੈਣਗੇ, ਦਿਨ ਕੱਟ ਲੈਣਗੇ 4 ਜਿੰਨੇ ਕੁ ਵੀ ਦਿਨ ਨੂੰ ਪਾਰਲੀਮੈਂਟ ਦਾ ਸੈਸ਼ਨ ਹੈ ਤਾਂ ਔਖਾ, ਪਰ ਵਿਰੋਧੀ ਧਿਰ ਨਾਲ ਕਰ ਲੈਣਗੇ। ਪਰ ਉਹਦੇ ਤੋਂ ਬਾਅਦ ਤੁਹਾਡੇ ਵਰਗੇ ਬੰਦੇ ਜਿਹੜੇ ਕੁਰਸੀਆਂ ਦੇ ਉੱਤੇ ਬੈਠੇ ਆ, ਕਿਸੇ ਨਾ ਕਿਸੇ ਮੀਡੀਆ ਹਾਊਸ ਦੇ ਵਿੱਚ ਕੰਮ ਕਰਦੇ ਆ, ਫਿਰ ਉਹਨਾਂ ਨੇ ਸੌਦਾ ਕੱਢ ਕੇ ਬਾਹਰ ਲੈ ਆਉਣਾ। ਦੇਖੋ ਜੀ
ਆ 2019 ਦਾ ਮੈਂਬਰ ਪਾਰਲੀਮੈਂਟ ਆ ਬੰਦਾ ਬਣਿਆ, ਕਦੇ ਕਿਸੇ ਸੈਸ਼ਨ 'ਚ ਸਾਰੇ ਦਿਨ ਨਹੀਂ ਸੀ ਰਿਹਾ ਕਿ ਕਿਸਾਨਾਂ ਨੇ ਕਿਹਾ ਤਾਂ ਗਿਆ। ਇਸ ਬੰਦੇ ਨੇ ਕਦੇ ਸਵਾਲ ਨਹੀਂ ਸੀ ਪੁੱਛਿਆ ਕਿ ਕਿਸਾਨਾਂ ਦਾ ਪ੍ਰੈਸ਼ਰ ਪਿਆ ਤੇ ਨੇ ਸਵਾਲ ਪੁੱਛਿਆ। ਆਹ ਬੰਦੇ ਨੇ ਕਦੇ ਵਿਚਾਰ ਚਰਚਾ 'ਚ ਹਿੱਸਾ ਨਹੀਂ ਸੀ ਲਿਆ, ਐਤਕੀ ਕਿਸਾਨਾਂ ਦਾ ਦਬਾਅ ਸੀ ਤਾਂ ਇਹਨੇ ਸਵਾਲ ਪੁੱਛਿਆ, ਵਿਚਾਰ ਚਰਚਾ 'ਚ ਹਿੱਸਾ ਲਿਆ। ਆਹ ਦੇਖੋ ਜੀ ਸਾਰੀਆਂ ਰਿਕਾਰਡਿੰਗ ਹੈਗੀਆਂ। ਇਹ ਪਿਛਲੇ ਵਾਰੀ ਸਰਦਾਰ ਸਾਹਿਬ ਜਾਂਦੇ ਹੁੰਦੇ ਸੀ, ਲਾਲਾ ਜੀ ਜਾਂਦੇ ਹੁੰਦੇ ਸੀ ਅੰਦਰ ਜਾ ਕੇ ਘੰਟੇ ਬਾਅਦ ਮੁੜ ਕੇ ਕੰਟੀਨ ਤੇ ਬੈਠੇ, ਐਤਕੀ ਚਾਹ ਪੀਣ ਵੀ ਨਹੀਂ ਗਏ, ਅੰਦਰ ਹੀ ਬੈਠੇ ਰਹੇ ਆ। ਆਹ ਦੇਖੋ ਜੀ, ਇਹ ਪਹਿਲਾਂ ਬਾਈਕਾਟ ਕਰਕੇ 10 ਵਜੇ ਬਾਹਰ ਆਉਂਦੇ, ਐਤਕੀ 5 ਵਜੇ ਤੱਕ ਉੱਥੇ ਰਹੇ ਆ, ਕਿਸਾਨਾਂ ਦੇ ਹੱਕ 'ਚ ਰੌਲਾ ਪਾਇਆ। ਜਦੋਂ ਉਹ ਵੀ ਕੰਪੈਰੀਜ਼ਨ ਹੋਣੇ ਆ ਤਾਂ ਭਾਰਤ ਦੇ ਲੋਕਾਂ ਨੂੰ ਲੱਗਣਾ ਯਾਰ ਆ ਕਿਸਾਨਾਂ ਨੇ ਇਹਨਾਂ ਨੂੰ ਕੰਮ ਲਾਤਾ ਹੀ, ਇਹਨਾਂ ਦੀ ਅਸਲੀ ਡਿਊਟੀ ਭੋਗ ਤੇ ਜਾਣ ਤੋਂ ਬਿਨਾ, ਵਿਆਹ ਤੇ ਜਾਣ ਤੋਂ ਬਿਨਾ, ਨੀਂਹ ਪੱਥਰਾਂ ਤੋਂ ਬਿਨਾ, ਰੀਬਨ ਕਟਾਈ ਤੋਂ ਬਿਨਾ, ਜਿਹੜਾ ਉਹਨਾਂ ਦਾ ਅਸਲੀ ਕੰਮ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਕਿ ਕਿਸਾਨਾਂ ਦੇ ਪ੍ਰੈਸ਼ਰ ਕਰਕੇ ਵਿਰੋਧੀ ਧਿਰ ਵਾਲੇ ਉਹ ਕਰਨ ਲੱਗੇ ਨੇ। ਨਹੀਂ ਤਾਂ ਬਹੁਤ ਗਿਣਤੀ ਨਹੀਂ ਸੀ ਕਰਦੇ, ਵਿਰਲੇ ਟਾਵੇਂ ਹੈਗੇ ਆ ਜਿਹੜੇ ਠੋਕ ਕੇ ਗੱਲ ਕਰਦੇ ਸੀ। ਸ਼ਾਇਦ ਜੇ ਨਹੀਂ ਜਾਂਦੇ ਸ਼ੁਰੂ 'ਚ ਹੀ ਫਸਦੇ ਆ, ਜੇ ਜਾਂਦੇ ਆ ਤਾਂ 10 ਦਿਨਾਂ ਬਾਅਦ ਕੰਪੈਰੀਜ਼ਨ ਆ ਜਾਣਾ, ਫਸ ਵੇ ਜਾਣਾ ਇਹਨਾਂ ਨੇ। ਨਹੀਂ, ਮੈਂ ਹੋਰ ਸੋਚਦਾ ਸੀ ਵੀ ਇਹ ਅਜੇ ਤਾਂ ਚਲੋ ਮੌਨਸੂਨ ਸੈਸ਼ਨ, ਪਾਰਲੀਮੈਂਟ ਸੈਸ਼ਨ ਦੀ ਗੱਲ ਕੀਤੀ ਹੈ। ਜਿੱਦਾਂ ਹੁਣ 200 ਬੰਦਾ ਉਹਨਾਂ ਨੇ ਵੀ ਗਿਣ ਲਿਆ, 200 ਬੰਦੇ ਦਾ ਹਿਸਾਬ ਉਹਨਾਂ ਨੇ ਇਹ ਲਾਇਆ ਵੀ 40-41 ਸਾਡੀਆਂ ਜਥੇਬੰਦੀਆਂ ਨੇ, 4-4 5-5 ਬੰਦੇ ਹਰੇਕ ਜਥੇਬੰਦੀ 'ਚੋਂ ਚਲੇ ਜਾਇਆ ਕਰਾਂਗੇ ਤੇ ਆਪਣਾ 200 ਪੂਰਾ ਹੋ ਜਾਇਆ ਕਰਨਾ ਉੱਥੇ। ਮੈਂ ਸੋਚਦਾ ਸੀ ਵੀ ਜੇ ਮੰਨ ਲਓ ਵੀ 200 ਬੰਦਾ, ਜੇ ਉਹ 200 ਬੰਦਾ 1000 ਦਿਨ ਜਾਵੇ, ਮੈਂ ਇੱਕ ਦਿਨ ਦੀ ਗੱਲ ਨਹੀਂ ਕਰਦਾ, 1000 ਦਿਨ ਜਾਵੇ ਤੇ ਕਿੰਨੇ ਬਣ ਜਾਂਦੇ ਬੰਦੇ? ਉਹ ਤਾਂ ਬਹੁਤ ਬਣਦੇ। ਮੇਰੇ ਕੋਲੇ ਜ਼ੀਰੋ ਵਾਲਾ ਹੈ ਨਹੀਂ ਹਿਸਾਬ ਕਿਤਾਬ ਵੀ ਰਿਹਾ। ਮੈਂ ਗਲਤ ਨਹੀਂ, 2 ਲੱਖ ਬਣ ਜੂ ਵੱਡੀ। ਜੇ ਤੁਸੀਂ ਗਲਤ ਕਦੇ ਹੁੰਦੇ ਹੀ ਨਹੀਂ ਆਪਣੇ ਹਿਸਾਬ ਨਾਲ, ਅੰਦਾਜ਼ਾ ਲਾਉਣਾ, ਲੋਕਾਂ ਦੇ ਹਿਸਾਬ ਨਾਲ ਹਮੇਸ਼ਾ ਹੁੰਦੇ ਹੋ। ਨਹੀਂ ਚਲੋ ਕੋਈ ਗੱਲ ਨਹੀਂ। ਮੈਂ ਵੈਸੇ ਸੋਚਦਾ ਵੀ 1000 ਦਿਨ 2024 ਯਾਨੀ ਕਿ ਮੋਦੀ ਸਾਹਿਬ ਦੀਆਂ ਇਲੈਕਸ਼ਨਾਂ 'ਚ ਨਹੀਂ ਬਚਿਆ। ਮਤਲਬ ਜੇ ਉਹਨਾਂ ਨੂੰ 1000 ਦਿਨ ਵੀ 200 ਬੰਦਾ ਘੱਲਣਾ ਪਵੇ ਰੋਜ਼ ਦਾ, ਮੰਨ ਲਓ ਅੱਜ 200 ਗਿਆ ਫੜ ਕੇ ਅੰਦਰ, 200 ਅਗਲੇ ਦਿਨ ਗਿਆ ਫੜ ਕੇ ਅੰਦਰ, 200 ਮਤਲਬ 200 ਰੋਜ਼ ਦਾ ਜਾਵੇ, 200 ਅਗਲੇ ਉੱਥੇ ਜਮ੍ਹਾਂ ਕਰੀ ਜਾਣ, ਤਾਂ ਵੀ ਜੇ 1000 ਦਿਨ ਵੀ ਲੋੜ ਪੈ ਗਈ ਤੇ ਉਹਨਾਂ ਕੋਲੇ ਬੰਦੇ ਮੁੱਕਣ ਵਾਲੇ ਹੈ ਨਹੀਂ। ਬੰਦੇ ਮੁੱਕਣ ਵਾਲੇ ਉੱਥੇ ਤਾਂ ਰੌਲਾ ਪੈ ਜਾਂਦਾ ਹੁੰਦਾ, ਕੋਈ ਬੰਦਾ ਮੈਂ ਆਪਸ 'ਚ ਲੜ ਪੈਂਦੇ, ਮੈਂ ਜਾਣਾ ਹੀ ਅੱਜ, ਤੂੰ ਬਾਅਦ 'ਚ ਜਾਈ ਭਾਊ। ਤੇ ਇਹ ਇਧਰੋਂ 1000 ਦਿਨ ਮੋਦੀ ਸਾਹਿਬ ਕੋਲ ਨਹੀਂ ਬਚਿਆ ਲੋਕ ਸਭਾ ਦੀਆਂ ਚੋਣਾਂ ਦੇ ਲਈ, ਹੈ ਨਾ। ਤੇ ਉਹ ਜੇ ਇਸ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਉਹ ਬਾਬੇ ਇਦਾਂ ਬਹਿ ਗਏ ਵੀ ਕੋਈ ਗੱਲ ਨਹੀਂ, ਟਰਾਲੀ ਲੱਗੀ ਜਾਂ ਹੁਣ ਪੌਣਾ ਸਾਲ ਕੱਢ ਲਿਆ ਤੇ ਫਿਰ 2 ਸਾਲ ਹੋਰ ਸਹੀ, ਕੀ ਫਰਕ ਪੈਂਦਾ? ਫਿਰ ਇਹ ਨਾ ਹੋਵੇ ਵੀ ਲੰਮਾ ਚੱਕਰ ਪੈ ਜਾਵੇ। ਸੰਧਾਲੀਆ ਸਾਹਿਬ ਦੇਖੋ, ਮੈਨੂੰ ਲੱਗਦਾ ਕਿ ਕਿਸਾਨਾਂ ਦੇ ਕੋਲੇ ਪਾਰਲੀਮੈਂਟ ਤੋਂ ਬਾਅਦ ਹੋਰ ਕੋਈ ਚਾਰਾ ਵੀ ਨਹੀਂ ਜੇਲ੍ਹ ਭਰੋ ਅੰਦੋਲਨ ਤੋਂ ਬਿਨਾਂ। ਪਹਿਲਾਂ ਵੀ ਕਹਿ ਚੁੱਕੇ, ਰਾਜੇਵਾਲ ਸਾਹਿਬ ਆਪ ਐਲਾਨ ਕਰਕੇ ਗਏ ਸੀ ਕਿ ਜੇ ਜੇਲ੍ਹ ਭਰੋ ਅੰਦੋਲਨ ਵੀ ਕਰਨਾ ਪਿਆ ਕੋਈ ਗੱਲ ਨਹੀਂ, ਜੇ ਅਸੀਂ, ਕਿਉਂਕਿ ਉੱਥੇ ਵੀ ਤਾਂ ਹੁਣ ਦਿੱਲੀ ਦੀਆਂ ਸੜਕਾਂ ਤੇ ਟਰਾਲੀਆਂ ਤੇ ਛੰਨਾ ਪਾ ਕੇ ਕਿਹੜਾ ਆਲੇ ਦੁਆਲੇ ਨਿੱਕੂ ਪਾਰਕ 'ਚ ਘੁੰਮਣ ਥੋੜੀ ਜਾਂਦੇ ਆ, ਜਾਂ ਉਹ ਲਾਲ ਕਿਲ੍ਹਾ ਦੇਖਣ ਜਾਂਦੇ ਆ, ਜਾਂ ਕੁਤਬ ਮੀਨਾਰ ਦੇਖਣ ਜਾਂਦੇ ਆ, ਜਾਂ ਲੋਟਸ ਟੈਂਪਲ ਵਾਲੇ ਪਾਸੇ ਨੂੰ ਜਾਂਦੇ ਕਿ ਭਾਈ ਅੱਜ ਘੁੰਮ ਕੇ ਆਉਂਦੇ ਆ, ਅੱਜ ਉਹ ਕਨੌਟ ਪਲੇਸ ਵਾਲੇ ਪਾਸੇ ਜਾਂਦੇ ਨਾ, ਉੱਥੇ ਹੀ ਨੇ, ਉਹਨਾਂ ਹੀ ਟਰਾਲੀਆਂ 'ਚ ਨੇ। ਉਹ ਵੀ ਇੱਕ ਜੇਲ੍ਹ ਨੁਮਾਈ ਨੇ ਇੱਕ ਤਰੀਕੇ ਦੇ ਨਾਲ, ਉਹਨਾਂ ਦੇ ਲਈ ਕੋਈ ਫਰਕ ਨਹੀਂ ਪੈਣਾ। ਪਰ ਇਹ ਤਾਂ ਹੁਣ ਪਾਰਲੀਮੈਂਟ ਸੈਸ਼ਨ ਦੇ ਵਿੱਚ ਸਰਕਾਰ ਦੇ ਕੋਲੇ 3 ਤਰੀਕੇ ਹੋਣੇ ਆ। ਇੱਕ ਤਾਂ ਉਹਨਾਂ ਦਾ ਮਾਣ ਸਤਿਕਾਰ ਕਰੇ ਪੂਰਾ, ਉਹਨਾਂ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਾ ਲਵੇ। ਦੂਸਰਾ, ਉਹਨਾਂ ਨੂੰ ਫੜ ਕੇ ਅੰਦਰ ਦੇ ਦੇਵੇ। ਇੱਕ ਕੰਮ ਹੋਰ ਵੀ ਹੋ ਸਕਦਾ, ਜਿਹੜਾ ਸਭ ਤੋਂ ਮਾੜਾ, ਆਂਧਰਾ ਪ੍ਰਦੇਸ਼ ਤੋਂ ਕਿਸਾਨ ਗਏ ਸੀ ਨਾ, ਉੱਥੇ ਗਲਾਂ ਦੇ ਵਿੱਚ ਤਾਮਿਲਨਾਡੂ ਤੋਂ ਵੀ ਹੱਡੀਆਂ ਪਾ ਕੇ, ਬਹੁਤੇ ਤਾਮਿਲਨਾਡੂ ਤੇ ਸੀ ਕਿ ਭਾਈ ਸਾਡੇ ਨਾਲ ਦੇ ਸਾਥੀ ਖੁਦਕੁਸ਼ੀ ਕਰ ਚੁੱਕੇ, ਇਹ ਉਹਨਾਂ ਦੀਆਂ ਹੱਡੀਆਂ ਨੇ, ਅਸਥੀਆਂ ਨੇ, ਬੈਠੇ ਅਸੀਂ ਪਾ ਕੇ ਗੁਰੂ ਘਰ ਤੋਂ ਲੰਗਰ ਛਕਦੇ ਸੀ। ਜਦੋਂ ਉਹਨਾਂ ਨੇ ਦੇਖਿਆ ਕਿ 5-7 ਮਹੀਨੇ ਹੋ ਗਏ, ਕਿਸੇ ਨੇ ਪੁੱਛਿਆ, ਮੁੜ ਗਏ। ਜਾਣੀ ਜਦੋਂ ਥੋੜੇ ਬੰਦੇ ਹੁੰਦੇ ਆ ਉਦੋਂ ਕਈ ਵਾਰੀ ਸਰਕਾਰ ਨੇ ਬੈਠੇ ਆ, ਬੈਠਣ ਤੋਂ ਦੇਖਣਾ ਨਹੀਂ ਉਧਰਲੇ ਪਾਸੇ ਨੂੰ, ਰੋਜ਼ ਬੈਠੇ ਰਹਿਣ ਤੋਂ ਇਗਨੋਰ ਕਰ ਦਿਓ। ਪਤਾ ਨਾ ਕਈ ਵਾਰੀ ਨਿਆਣਾ ਰੋਂਦਾ ਹੁੰਦਾ ਘਰੇ, ਤਾਂ ਕਈ ਵਾਰੀ ਤਾਂ ਬੀਬੀਆਂ ਦੀ ਨਾ ਮੇਰਾ ਪੁੱਤ, ਨਾ ਮੇਰਾ ਪੁੱਤ, ਇੱਕ ਤਾਂ ਬੀਬੀ ਉਹ ਹੁੰਦੀ ਆ, ਦੂਜੀ ਬੀਬੀ ਹੁੰਦੀ 4 ਮਾਨੇ ਕਹਿੰਦਾ ਹੁਣ ਰੋਕ, ਚੂੰ ਕਰ ਤੂੰ, ਜਿਹੜਾ ਆਵਾਜ਼ ਨਹੀਂ ਤੇਰੀ ਨਿਕਲਣੀ ਚਾਹੀਦੀ। ਇੱਕ ਬੀਬੀ ਨੂੰ ਚੁੱਪ ਕਰ ਕੰਮ ਕਰੋ, ਆਪੇ ਥੱਕ ਕੇ ਸੌਂ ਜਾਊਗਾ। ਜਾਣੀ ਸਰਕਾਰ ਦੇ ਲੋਕ ਬੱਚੇ ਨੇ, ਵੋਟਰ ਨੇ ਉਹਨਾਂ ਦੇ ਦੇਸ਼ ਦੇ ਲੋਕ ਨੇ, ਉਹਨਾਂ ਦੇ ਨਾਲ ਕਿੱਦਾਂ ਦਾ ਵਿਵਹਾਰ ਕਰਨਾ ਇਹ ਸਰਕਾਰ ਦੇ ਉੱਤੇ ਨਿਰਭਰ ਕਰਦਾ। ਪਰ ਢਿੱਡ ਪੀੜ ਵਾਲੀ ਖਬਰ ਕਿਤੇ ਰਹਿ ਨਾ ਜਾਵੇ। ਨਹੀਂ ਕਰੋ, ਤੁਸੀਂ ਕਰਨੀ ਹੈ। ਨਹੀਂ ਇਦਾਂ ਕਿੱਦਾਂ? ਨਹੀਂ ਦੱਸੋ, ਕਮਾਲ ਹੋ ਗਈ, ਬਾਬਾ ਜੀ ਦੇ ਢਿੱਡ ਪੀੜ ਹੋ ਗਈ ਤੇ ਤੁਸੀਂ ਕਹਿੰਦੇ ਇਹ ਗੱਲ ਨਹੀਂ ਕਰਨੀ। ਨਹੀਂ ਮੈਂ ਅਗਲਿਆਂ ਨੂੰ ਹਸਪਤਾਲ ਲੈ ਕੇ ਏਮਸ ਖੜਿਆ। ਮੈਨੂੰ ਤਾਂ ਇਹ ਸੀ ਵੀ ਤੁਸੀਂ ਬਹੁਤ ਹੀ ਸਤਿਕਾਰ ਨਾਲ ਕਰਦੇ ਹੋ ਨਾ, ਵੀ ਤੁਹਾਡੇ ਤੋਂ ਸ਼ੁਰੂ ਕਰਾਉਣਾ, ਬਾਅਦ ਚ ਨਿਬੇੜ ਮੈਂ ਦਊਂਗਾ। ਨਹੀਂ ਬਾਬਾ ਜੀ ਕਹਿੰਦੇ ਅੱਜ ਕੱਲ੍ਹ ਮੁਸ਼ਕਿਲ ਚੱਲ ਰਹੀ ਹੈ, ਪੇਟ ਦਰਦ ਹੀ ਨਹੀਂ ਹਟ ਰਿਹਾ। ਦੇਖੋ ਗਰਮੀ ਹੈ, ਪਾਣੀ ਬਹੁਤ ਪੀ ਹੁੰਦਾ ਹੈ, ਜਦੋਂ ਪਾਣੀ ਪੀ ਹੁੰਦਾ ਪੇਟ ਫਿਰ ਭਾਰਾ ਜਿਹਾ ਰਹਿੰਦਾ ਹੈ, ਉਹ ਫਿਰ ਬਹੁਤ ਔਖਾ ਹੋ ਜਾਂਦਾ। ਹੁਣ ਸਟੰਟ ਕੀਤਿਆਂ ਨੂੰ ਵੀ ਦੇਰ ਹੋ ਗਈ ਹੈ ਨਾ, ਜੇ ਤਾਂ ਬੰਦਾ ਹਿੱਲੇ ਜੁੱਲੇ ਕਦੇ ਉੱਪਰੋਂ ਕਦੀ ਐਂ ਕਦੇ ਆਉਂ। ਹੁਣ ਮੈਂ ਸੋਚਦਾ ਸੀਗਾ ਵੀ ਬਹੁਤਾ ਨਹੀਂ ਹੋ ਗਿਆ ਕੰਮ। ਜਦੋਂ ਗੁਰਮੀਤ ਰਾਮ ਰਹੀਮ ਨੂੰ ਨਵਾਂ ਫੜਿਆ ਸੀ, ਉਦੋਂ ਕਈ ਬੰਦੇ ਕਹਿੰਦੇ ਚੀਨ ਵਾਲਿਆਂ ਨੇ ਕਰ ਦੇਣਾ ਇਹ ਕੰਮ ਭਾਰਤ ਦਾ, ਬਾਬਾ ਜੀ ਨੇ ਆਪਣੇ ਤੇ ਲੈ ਲਈ, ਬਾਬਾ ਜੀ ਕੀ ਨਹੀਂ ਕਰ ਸਕਦੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਲੋਕ ਸਮਝਦੇ ਸੀ ਕਿ ਇਹਨਾਂ ਨੇ ਦੁਨੀਆ ਤਾਰ ਦੇਣੀ ਹੈ, ਢਿੱਡ ਪੀੜ ਤਾਂ ਉਹਨਾਂ ਤੋਂ ਉੱਥੇ ਦੂਰ ਨਹੀਂ ਕਰ ਹੁੰਦੀ, ਅਜੇ ਵੀ ਸਮਝਣ। ਨਹੀਂ ਉਹ ਕਸ਼ਟ ਹੀ ਚੱਲਣ ਡਿਆ, ਕਸ਼ਟ ਚੱਲਦੇ ਆ, ਤਦੇ ਦੀ ਪੀੜ ਹੁੰਦੀ, ਬਾਕੀ ਦੁਨੀਆ ਸੌਖੀ ਹੈ।
ਅੱਛਾ, ਬਾਕੀਆਂ ਦੀ ਢਿੱਡ ਪੀੜ ਕਿਸੇ ਦੀ ਨਹੀਂ ਹੁੰਦੀ ਭਾਰਤ 'ਚ? ਉਹਨਾਂ ਦੀ ਹੋਣ ਡਈ ਤਦੇ ਤੇ ਉਹ ਕਰਾਉਣ ਡਏ ਆਪਣੇ ਢਿੱਡ ਪੀੜ? ਹਾਂ, ਉਹ ਕਹਿੰਦੇ ਕਿਸੇ ਦੇ ਨਾ ਹੋਵੇ ਰੱਬਾ। ਇਹ ਰੱਬ ਤਾਂ ਉਹ ਕਹਿਣਗੇ ਨਹੀਂ, ਕੋ ਆਪਣੇ ਆਪ ਨੂੰ ਤਾਂ ਆਪ ਰੱਬ ਕਹਿੰਦੇ ਹੋ, ਆਪ ਰੱਬ ਕਹਿੰਦੇ ਹੈ ਨਾ। ਪਰ ਚਲੋ ਜੋ ਵੀ ਹੈ, ਆਪਾਂ ਨਹੀਂ ਕਹਿੰਦੇ ਵੀ ਭਾਈ ਸਾਹਿਬ ਬੰਦਾ ਗਲਤ ਹੈ, ਬੰਦਾ ਸਹੀ ਹੈ, ਬੰਦਾ ਝੂਠ ਬੋਲਦਾ। ਪਰ ਇੱਕ ਸਵਾਲ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਆ ਹੀ ਜਾਂਦਾ ਵੀ ਯਾਰ ਪਹਿਲਾਂ ਜਿੰਨਾ ਚਿਰ ਬਾਬਾ ਅੰਦਰ ਰਿਹਾ, ਜਦੋਂ ਦੀ ਉਧਰੋਂ ਕਿਤੇ ਖੁੱਲ੍ਹ ਮਿਲ ਗਈ ਵੀ ਕੋਈ ਨਹੀਂ ਬਾਬਾ ਜੀ ਹੋਰ ਕੋਈ ਗੱਲ ਬਣੇ ਨਾ ਬਣੇ, ਹੁਣ ਬੁਖਾਰ ਤੇ ਅਗਲੇ ਚੈੱਕ ਕਰ ਲੈਣਗੇ ਥਰਮਾਮੀਟਰ ਨਾਲ, ਕੋਈ ਹਾਰਟ ਬੀਟ ਤਾਂ ਠਾ ਹੁੰਦੀ ਉਹ ਵੀ ਕੋਈ ਮਸ਼ੀਨ ਦੱਸ ਦੂ। ਢਿੱਡ ਪੀੜ ਵੇਖਣ ਵਾਲੀ ਮਸ਼ੀਨ ਨਹੀਂ ਨਾ ਬਣੀ, ਬਹਾਨਾ ਵੀ ਉਹ ਲਾਓ ਜਿਹੜਾ ਨਿਆਣੇ ਲਾਉਂਦੇ ਹੁੰਦੇ, ਮੈਂ ਨਹੀਂ ਸਕੂਲੇ ਜਾਣਾ ਮੰਮੀ ਆ ਢਿੱਡ ਬਹੁਤ ਦੁਖਦਾ ਹੀ। ਤੇ ਜਿੱਦਾਂ ਹੀ 9 ਵੱਜਦੇ ਆ ਕਿ ਹੁਣ ਤਾਂ ਸਕੂਲ ਆ ਗਏ, ਢਿੱਡ ਹਟ ਜਾਂਦਾ ਹੀ। ਹੁਣ ਸੰਧਾਲੀਆ ਸਾਹਿਬ, ਮੈਂ ਇਹ ਗੱਲ ਸੋਚਦਾ ਸੀ ਕਿ ਭਾਰਤ ਦੇ ਵਿੱਚ ਬਹੁਤ ਕੈਦੀ ਹੋਣੇ ਆ, ਕਿੰਨੇ ਕੁ ਕੈਦੀ ਨੇ ਜਿਨ੍ਹਾਂ ਨੂੰ ਦਿੱਲੀ ਦੇ ਏਮਜ਼ ਦੇ ਵਿੱਚ ਰਾਤੋਂ ਰਾਤ ਲਿਆਂਦਾ ਹੋਊਗਾ ਕਿ ਭਾਈ ਇਹਦਾ ਚੈੱਕਅਪ ਬਹੁਤ ਜ਼ਰੂਰੀ ਹੈ। ਯਾਨੀ ਰਾਮ ਰਹੀਮ ਨੇ ਦੇਸ਼ ਦੀ ਤਰੱਕੀ 'ਚ ਕਿਹੜਾ ਐਸਾ ਯੋਗਦਾਨ ਪਾਇਆ ਕਿ ਆਮ ਬੰਦਾ ਤਾਂ ਹਸਪਤਾਲ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਉਹ ਸਵਾਮੀ ਸੀਗਾ ਨਾ, ਜਿਹਨੂੰ ਵਿਸ਼ੇਸ਼ ਕੇਸ ਦੇ ਵਿੱਚ ਜਿਹੜਾ ਗੋਰੇਗਾਂਵ ਭੀਮਾਗਾਂਵ ਕਿਹੜਾ ਕੇਸ ਹੈ ਉਹਦੇ ਵਿੱਚ ਅੰਦਰ ਕੀਤਾ ਸੀ, ਉਹ ਬੰਦਾ ਇਹ ਕਹਿੰਦਾ ਹੀ ਮਰ ਗਿਆ ਕਿ ਭਾਈ ਮੇਰੇ ਲਈ ਔਖਾ, ਹੱਥ ਉਹਦੇ ਹਿੱਲਦੇ ਆ, ਬੁੱਲ ਉਹਦੇ ਹਿੱਲਦੇ ਆ, ਬੋਲ ਹੋ ਸਕਦਾ ਨਹੀਂ, ਦੇਸ਼ ਧਰੋਹ ਦਾ ਉੱਤੇ ਕੇਸ ਪਾਇਆ, ਤੇ ਉਹ ਬੰਦਾ ਕਹਿੰਦਾ ਹੀ ਮਰ ਗਿਆ ਕਿ ਭਾਈ ਮੈਂ ਉਧਰਲੇ ਪਾਸੇ ਨਹੀਂ ਜਾਣਾ। ਯਾਨੀ ਕਿ ਕੈਦੀ ਜਿਹੜਾ ਹੈ, ਯਾਨੀ ਇੰਨੀ ਕੁਇਕ ਕਾਰਵਾਈ ਕਿਵੇਂ ਹੋ ਜਾਂਦੀ ਹੈ? ਲੱਖਾਂ ਕੈਦੀ ਨੇ ਭਾਰਤ ਦੇ ਵਿੱਚ, ਹੋਰ ਕਿੰਨੇ ਕੈਦੀ ਨੇ? ਕਿਤੇ ਡਾਟਾ ਸਾਹਮਣੇ ਆਵੇ ਤਾਂ ਪਤਾ ਲੱਗੇ, ਹੁੰਦਾ ਨਾ, ਕਿ ਗੱਲ ਤੂੰ ਸੁਣਾਵੇਂ ਤਾਂ ਮੈਨੂੰ ਪਤਾ ਲੱਗੇ ਤੇਰੇ। ਮੈਂ ਇੱਕ ਹੋਰ ਸੋਚਦਾ, ਮੈਂ ਸੋਚਦਾ ਵੀ ਐਵੇਂ ਡਾਕਟਰਾਂ ਕੋਲ ਲਈ ਫਿਰਦੇ ਨੇ, ਪਰ ਇਹ ਬਾਬੇ ਰਾਮਦੇਵ ਨੂੰ ਵਿਖਾ ਲੈਂਦੇ ਨੇੜੇ। ਆਹੋ, ਬਾਬਿਆਂ ਨੂੰ ਬਾਬੇ ਟੱਕਰ ਜਾਂਦੇ ਹਨ ਨਾ। ਇੱਕ ਨਾ ਉਹ ਹੋ ਸਕਦਾ ਵੀ ਉਹ ਕੋਈ ਗੁਰ ਦੱਸ ਦਿੰਦੇ ਵੀ ਦੇਖੋ ਗੱਲ ਇਹ ਆ ਜਜਮਾਨ ਵੀ ਤੁਸੀਂ ਜੇਲ੍ਹ 'ਚ ਆਹ 2 4 5 ਆਸਨ ਕਰਨੇ, ਕੋਈ ਪਵਨ ਮੁਕਤ ਆਸਨ ਕਰ ਲਿਆ ਕਰੋ। ਨਹੀਂ ਤੇ ਇਹ ਵੀ ਹੋ ਸਕਦਾ ਕਿ ਆਸਾਰਾਮ ਨਾਲ ਵੀਡੀਓ ਕਾਲ ਤੇ ਗੱਲ ਕਰਾਉਂਦੇ, ਉਹੀ ਦੱਸ ਦਿੰਦਾ ਕਿ ਕਿੱਦਾਂ ਐ ਭੰਗੜੇ ਉਹ ਵੀ ਬੜਾ ਸਟੇਜ ਤੇ ਪਾਉਂਦਾ ਹੁੰਦਾ ਹੈ ਕਿ ਭਾਈ ਕਿਹਦੇ ਨਾਲ ਕੰਮ ਸੂਤਰਣਾ, ਇੱਕ ਲੱਤ ਤੇ ਉੱਤੇ ਖੜੇ ਹੋ ਕੇ ਤੇ ਕਿੱਦਾਂ ਕਿੱਧਰਲੇ ਪਾਸੇ ਐ ਕਰਨਾ, ਤੇ ਬਾਹਲੀ ਗੱਲ ਹੈ। ਨਹੀਂ ਤਾਂ ਖੱਟੀ ਮਿੱਠੀ ਚਟਨੀ ਵਾਲਿਆਂ ਤੋਂ ਗੱਲ ਕਰਾ ਦਿੰਦੇ। ਆਹੋ, ਕਿਰਪਾ ਹੋਣੀ ਸ਼ੁਰੂ ਹੋ ਜਾਣੀ। ਹੋਰ ਕੋਈ ਇਹ ਨਾ ਹਰੀ ਚਟਨੀ ਵਾਲਾ ਗੋਲ ਗੱਪਾ ਖਾਣਾ ਹੈ, ਇੱਕ ਮਿੱਠੀ ਵਾਲਾ ਖਾਣਾ ਹੈ। ਪਾ ਮੇਰਿਆ ਇੱਕ ਗੱਲ ਹੈਗੀ ਆ, ਬਿਲਕੁਲ ਉਸ ਬਾਬੇ ਵਾਲੀ ਖੀਰ ਦੀ ਗੱਲ ਨਾ ਕਰਦੇ ਜਿਹੜੀ ਨਹਾ ਕੇ ਦੁੱਧ ਦੇ ਵਿੱਚੋਂ ਬਣਦੀ। ਨਹੀਂ ਉਹ ਵੀ ਗੱਲ ਹੈਗਾ। ਮੈਂ ਤੇ ਜੇ ਉਧਰ ਨਹੀਂ ਗਿਆ, ਇੱਕ ਬੀਬੀ, ਇੱਕ ਇਹ ਦੂਜੀ ਵੀ ਹੈਗੀ ਨਾ, ਜਿਹੜੀ ਮਾਂ ਵੀ ਹੈਗੀ ਇੱਕ, ਤਰਸ਼ੂਲ ਲਈ ਫਿਰਦੀ ਹੁੰਦੀ ਜਿਹੜੀ। ਨਹੀਂ ਉਹਦੀ ਗੱਲ, ਉਹਨੇ ਹੋਰ ਤਰੀਕੇ ਠੀਕ ਕਰਨਾ, ਉਹਦਾ ਰਹਿਣ ਦਿਓ। ਚਲੋ ਜੋ ਮੈਂ ਇਹ ਤਾਂ ਆਪਾਂ ਕਹਿੰਦੇ ਆ ਵੀ ਮਤਲਬ ਪਿਛਲੇ ਦਿਨ ਹੀ ਆਂਦੇ ਸੀ ਨਾ ਵੀ ਭਾਈ ਸਾਹਿਬ ਦਵਾਈਆਂ 'ਚ ਹੈ ਕੁਝ ਨਹੀਂ, ਤੇ ਮੈਂ ਕਿਹਾ ਵੀ ਜੇ ਦਵਾਈਆਂ 'ਚ ਕੁਛ ਨਹੀਂ, ਇੰਨੇ ਚਿਰ ਦਾ ਨਹੀਂ ਨੁਕਸ ਪਤਾ ਲੱਗਣ ਡਿਆ ਤੇ ਦੇਸੀ ਜੜੀ ਬੂਟੀ ਵਾਲਾ ਇਲਾਜ ਕਰਾ ਲਓ। ਮੈਂ ਤਾਂ ਕੋਈ ਫਾਂਡਾ ਫੂੰਡਾ ਜੇ ਉਹ ਕਿਸੇ ਪਾਸੇ ਹੋ ਨਾ, ਕੋ ਮੋਰ ਦੇ ਖੰਭ ਮਾਰੋ। ਚਲੋ ਸੰਧਾਲੀਆ ਸਾਹਿਬ ਚਲੀਏ ਫਿਰ, ਮੈਨੂੰ ਲੱਗਦਾ ਟਾਈਮ ਹੋ ਗਿਆ ਜੀ। ਟਾਈਮ ਹੋ ਗਿਆ ਜੀ। ਚਲੋ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਇੱਕ ਤਾਂ ਫੀਡਬੈਕ ਸਾਡੇ ਤੱਕ ਭੇਜ ਦਿਆ ਕਰੋ, ਇੱਕੋ ਲਾਈਕ ਵਾਲਾ ਬਟਨ ਜ਼ਰੂਰ ਦੱਬ ਦਿਆ ਕਰੋ, ਤੇ ਇੱਕ ਤੁਸੀਂ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਜਿੰਨਾ ਤੁਹਾਡਾ ਮਨ ਕਰੇ ਜੀ ਪ੍ਰੋਗਰਾਮ ਨੂੰ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।